ਰਵੀਅਰ ਦਾ ਰੰਗ ਤੱਕ ਦੱਸ ਦਿੰਦੇ ਆ ਪੋਲੀਟੀਸ਼ੀਅਨ ਦਾ। ਬੀਜੇਪੀ ਨਾ ਜਦੋਂ ਤੁਸੀਂ ਯਾਦ ਹੋਣਾ ਤੁਹਾਨੂੰ ਜਦੋਂ ਵੈਸਟ ਬੰਗਾਲ ਦੀ ਇਲੈਕਸ਼ਨ ਹੋਈ ਸੀ ਇਹਨਾਂ ਨੇ ਉੱਥੇ ਵੀ ਇੱਕ ਵਾਸ਼ਿੰਗ ਮਸ਼ੀਨ ਲਾਈ ਸੀ। ਅਮਰਿੰਦਰ ਸਿੰਘ ਤਾਂ ਕਹਿੰਦੇ ਭਾਜਪਾ ਦੇ ਨਾਲ ਸਰਕਾਰ ਬਣਾਵਾਂਗੇ। ਖੇਡੋ ਖੁੰਡੀ ਉਹਨਾਂ ਨੇ ਸਿੰਬਲ ਲਿੱਤਾ ਹੈ। ਖੁੰਡੀ ਐਕਚੁਅਲੀ ਬੀਜੇਪੀ ਦੀ ਆ, ਉਹ ਕੈਪਟਨ ਅਮਰਿੰਦਰ ਸਿੰਘ ਕੋਲ ਦਾ ਖਿੱਦੋ ਹੀ ਦੇ ਵਾਲੇ ਜਿਹੜੇ ਗੰਦਮੰਦ ਆ ਨਾ ਉਹ ਵਾਸ਼ਿੰਗ ਮਸ਼ੀਨ 'ਚ ਲਿਜਾ ਕੇ ਇਹ ਬੀਜੇਪੀ ਵਾਲੇ ਧੋਣ ਲੱਗੇ ਹੋਏ ਆ। ਰਾਣਾ ਸੋਢੀ, ਫਤਿਹ ਜੰਗ ਬਾਜਵਾ ਗੰਦਮੰਦ ਸੀ ਸਾਰੇ। ਤੁਹਾਨੂੰ ਕੀ ਲੱਗਦਾ ਸੀਐਮ ਫੇਸ ਹੋਣਾ ਚਾਹੀਦਾ ਕਿ ਨਹੀਂ? ਦੇਖੋ ਮੈਨੂੰ ਲੱਗਦਾ ਸੀਐਮ ਫੇਸ ਨਹੀਂ ਹੋਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੋ, ਇਹ ਵਾਸ਼ਿੰਗ ਮਸ਼ੀਨ ਉਹ ਹੈਗੀ ਆ ਜਿਹੜੀ ਈਡੀ ਵਾਲੀ ਆ, ਜਿਹੜੀਆਂ ਵੱਡੀਆਂ ਏਜੰਸੀਆਂ ਵਾਲੀ ਹੈਗੀ ਆ। ਸਿੱਖਿਆ ਮੰਤਰੀ ਬਣਨਾ ਚਾਹੁੰਦੇ ਹੋ? ਕਿਉਂਕਿ ਸਿੱਖਿਆ ਮੰਤਰੀ ਦੇ ਉੱਤੇ ਹੀ ਬਹੁਤ ਸਵਾਲ ਖੜੇ ਹੁੰਦੇ ਨੇ ਔਰ ਇਹ ਕੰਡਿਆਂ ਦਾ ਤਾਜ ਕਹਿੰਦੇ ਜਿਹਦੇ ਵੀ ਸਿਰ ਦੇ ਉੱਤੇ ਆਇਆ ਉਹਨੇ ਸਮੱਸਿਆ ਹੀ ਪਾਈ। ਸਿੱਧੂ ਰਾਹ ਲੱਗਦੇ ਹੈਗੇ ਨੇ, ਚੰਨੀ ਰਾਹ ਲੱਗਦੇ ਉੱਤੇ ਹੈਗੇ ਨੇ, ਐਮਐਲਏ ਟੁੱਟੀ ਜਾਂਦੇ ਨੇ। ਇਹ ਕਿਵੇਂ ਟੀਮ ਕਿਵੇਂ ਬਣੂਗੀ ਫਿਰ ਪ੍ਰਗਟ ਜੀ? ਗੱਲ ਕਹਿੰਦੇ ਨਜ਼ਰ ਆਇਆ, ਕਹਿੰਦੇ ਰਾਹੂ ਕੇਤੂ ਨੂੰ ਪਤਾ ਸੀ, ਕਾਂਗਰਸੀਆਂ ਨੂੰ ਪਤਾ ਸੀ, ਕਹਿੰਦੇ ਮੈਂ ਕਿੱਥੇ ਸੀਗਾ, ਕਹਿੰਦੇ ਤਾਂ ਵੀ ਨਹੀਂ ਫੜ ਪਏ। ਉਹ ਤਾਂ ਹੋਮ ਮਿਨਿਸਟਰ ਦੇਖੋ ਦੱਸ ਸਕਦੇ ਆ ਜਾਂ ਸਾਡੇ ਚੀਫ ਮਿਨਿਸਟਰ ਦੱਸ ਸਕਦੇ ਆ। ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ, ਮੈਂ ਹਾਂ ਗਗਨਦੀਪ ਸਿੰਘ। ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤੇ ਸਿਆਸਤਦਾਨ ਲੋਕਾਂ ਨੂੰ ਭਰਮਾਉਣ ਦੇ ਲਈ ਸੜਕਾਂ ਦੇ ਉੱਤੇ ਉਤਰ ਚੁੱਕੇ ਨੇ। 5 ਸਾਲ ਦੇ ਕਾਰਜਕਾਲ ਦਾ ਹਿਸਾਬ ਕਿਤਾਬ ਲੋਕ 14 ਫਰਵਰੀ ਨੂੰ ਦੇਣਗੇ ਤੇ ਜਿਸ ਦਾ ਨਤੀਜਾ 10 ਮਾਰਚ ਨੂੰ ਆਵੇਗਾ। ਸਾਲ 2017 ਦੇ ਵਿੱਚ ਸੱਤਾ ਦੇ ਵਿੱਚ ਆਈ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ, ਬਹੁਤ ਸਾਰੇ ਵਾਅਦਿਆਂ ਨੂੰ ਸਿਰੇ ਚੜਾਉਣ ਦੀ ਗੱਲ ਕਹੀ ਸੀ, ਪਰ ਉਹ ਵਾਅਦੇ ਕਿੰਨੇ ਕੁ ਸਿਰੇ ਚੜੇ ਤੇ ਕਿੰਨੇ ਕੁ ਵਾਅਦੇ ਸਿਰਫ ਲੋਕਾਂ ਦੇ ਵਾਸਤੇ ਲਾਰੇ ਬਣ ਕੇ ਰਹਿ ਗਏ ਨੇ, ਇਸ ਦੇ ਬਾਰੇ ਗੱਲਬਾਤ ਕਰਾਂਗੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਉਹਨਾਂ ਦੇ ਨਾਲ। ਪ੍ਰਗਟ ਸਿੰਘ ਦੀ ਜੇਕਰ ਗੱਲ ਕਰੀਏ ਤਾਂ ਸਾਲ 2017 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸੱਤਾ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ, ਪਰ ਉਹਨਾਂ ਵਾਅਦਿਆਂ ਨੂੰ ਜਦੋਂ ਬੂਰ ਪੈਂਦਾ ਹੋਇਆ ਨਜ਼ਰ ਨਾ ਆਇਆ ਤਾਂ ਪ੍ਰਗਟ ਸਿੰਘ ਨੇ ਮੋਰਚਾ ਖੋਲ੍ਹ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ, ਚਿੱਠੀ ਦੇ ਵਿੱਚ ਉਹ ਵਾਅਦੇ ਗਿਣਾਏ, ਪਰ ਫਿਰ ਵੀ ਜਦੋਂ ਉਹਨਾਂ ਵਾਅਦਿਆਂ ਨੂੰ ਬੂਰ ਨਾ ਪਿਆ ਤਾਂ तमाम ਵਿਧਾਇਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜੋ ਮੋਰਚਾ ਖੋਲ੍ਹਿਆ ਉਸਨੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕੁਰਸੀ ਤੋਂ ਲਾ ਦਿੱਤਾ। ਤਾਂ ਕੀ ਜੋ ਮੋਰਚਾ ਖੋਲ੍ਹਿਆ ਸੀ ਉਹ ਮੋਰਚਾ ਸਫਲ ਹੋਇਆ? ਕੀ ਉਹ ਵਾਅਦੇ ਪੂਰੇ ਹੋਏ ਨੇ? ਜੋ 18 ਨਕਾਤੀ ਏਜੰਡੇ ਦੀ ਗੱਲ ਕਰਦੇ ਸੀ ਕਿ ਉਹ ਸਿਰੇ ਚੜ੍ਹਿਆ? ਇਸ ਸਭ ਦਾ ਹਿਸਾਬ ਅੱਜ ਪ੍ਰਗਟ ਸਿੰਘ ਉਹਨਾਂ ਤੋਂ ਲਵਾਂਗੇ। ਪ੍ਰਗਟ ਸਿੰਘ ਉਹਨਾਂ ਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਵੀ ਸਜਿਆ ਹੈ, ਕਿਉਂਕਿ ਜਦੋਂ ਚੰਨੀ ਸਰਕਾਰ ਆਉਂਦੀ ਹੈ ਤਾਂ ਪ੍ਰਗਟ ਸਿੰਘ ਨੂੰ ਖੇਡ ਮੰਤਰੀ ਦੇ ਨਾਲ ਸਿੱਖਿਆ ਮੰਤਰੀ ਵੀ ਬਣਾ ਦਿੱਤਾ ਜਾਂਦਾ ਹੈ। ਤਾਂ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਧਰਨੇ ਮੁਜ਼ਾਹਰੇ ਵੀ ਹੋਏ, ਅਧਿਆਪਕਾਂ ਨੇ ਆ ਕੇ ਇੱਥੇ ਨਾਅਰੇਬਾਜ਼ੀ ਵੀ ਕੀਤੀ। ਤਾਂ ਕੀ ਉਸ ਦਾ ਨੁਕਸਾਨ ਹੋਏਗਾ ਜਾਂ ਫਾਇਦਾ ਹੋਏਗਾ? तमाम ਸਵਾਲ ਅੱਜ ਪ੍ਰਗਟ ਸਿੰਘ ਤੋਂ ਪੁੱਛਾਂਗੇ। ਗੱਲਬਾਤ ਕਰਦੇ ਹਾਂ ਪ੍ਰਗਟ ਸਿੰਘ ਉਹਨਾਂ ਨਾਲ। ਤਾਂ ਪ੍ਰਗਟ ਸਿੰਘ ਇਸ ਵੇਲੇ ਆਪਣੇ ਘਰ ਦੇ ਵਿੱਚ ਹੀ ਮੀਟਿੰਗਾਂ ਲੈ ਰਹੇ ਨੇ, ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਜਿਸ ਤਰੀਕੇ ਨਾਲ ਪਾਬੰਦੀਆਂ ਆਈਆਂ ਨੇ ਉਸਨੇ ਬਹੁਤ ਚੀਜ਼ਾਂ ਬਦਲ ਦਿੱਤੀਆਂ ਨੇ। ਇਸ ਵਾਰ ਜਿੱਥੇ ਪਹਿਲਾਂ ਵੱਡੀਆਂ ਰੈਲੀਆਂ ਹੁੰਦੀਆਂ ਸੀ, ਇਕੱਠ ਹੁੰਦੇ ਸੀ, ਹੁਣ ਸਾਰੀ ਚੀਜ਼ਾਂ ਬਦਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪ੍ਰਗਟ ਸਿੰਘ ਹੁਣੀ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਮੀਟਿੰਗਾਂ ਲੈ ਰਹੇ। ਪ੍ਰਗਟ ਜੀ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਥੈਂਕ ਯੂ ਜੀ, ਥੈਂਕ ਯੂ ਜੀ। ਕੀ ਹਾਲ ਹੈ? ਮਾਹੌਲ ਕੀ ਹੈ ਇਹ ਦੱਸੋ ਪਹਿਲਾਂ। ਮਾਹੌਲ ਵਧੀਆ ਯਾਰ, ਮਸੀਂ ਆਹ ਕੀ ਕਹਿੰਦੇ ਧਰਨਿਆਂ ਤੋਂ ਛੁਟਕਾਰਾ ਪਾ ਕੇ ਤੇ ਹੁਣ ਬੇਸਿਕਲੀ ਇਲੈਕਸ਼ਨ ਵੱਲ ਨੂੰ ਤੁਰੇ ਹੈਗੇ ਆ। ਇਧਰ ਨੂੰ ਆ ਜਾਈਏ। ਮੈਂ ਉਹੀ ਦੇਖ ਰਿਹਾ ਸੀਗਾ ਜਦੋਂ ਮੈਂ ਆ ਵੀ ਰਿਹਾ ਸੀ ਤੁਹਾਡੀ ਰਿਹਾਇਸ਼ ਵੱਲ ਨੂੰ, ਬਾਹਰ ਬੈਰੀਗੇਡ ਸਾਰੇ ਸਾਈਡ ਹੋਏ ਸੀਗੇ। ਮੈਂ ਕਿਹਾ ਹੁਣ ਲੱਗਦਾ ਥੋੜੀ ਰਾਹਤ ਆ ਗਈ ਹੈ। ਉਹੀ ਜਗ੍ਹਾ ਹੈਗੀ ਜਿੱਥੇ ਅੰਦਰ ਆ ਗਏ ਸੀ ਪ੍ਰੋਟੈਸਟ ਕਰਦੇ। ਡੈਫੀਨੇਟਲੀ ਤਾਂ ਹੁਣ ਥੋੜਾ ਰਿਲੀਫ ਫੀਲ ਕਰ ਰਹੇ ਹੈਗੇ? ਕੰਡਿਆਂ ਵਾਲਾ ਜਿਹੜਾ ਤਾਜ ਸਿਰ ਦੇ ਉੱਤੇ ਸਜਾ ਦਿੱਤਾ ਸੀਗਾ ਉਸ ਤੋਂ ਥੋੜਾ ਰਿਲੀਫ? ਦੇਖੋ ਮੈਂ ਚੈਲੰਜ ਹਮੇਸ਼ਾ ਐਕਸੈਪਟ ਕਰਦਾ, ਕਿਉਂਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਇਹਨੂੰ ਵੀ ਠੀਕ ਕਰਨ ਦੀ, ਦਰੁਸਤ ਕਰਨ ਦੀ ਜ਼ਰੂਰਤ ਹੈਗੀ ਹੈ। ਐਂਡ ਮੈਂ ਇਸ ਗੱਲ ਲਈ ਸੁਹਿਰਦ ਹੈਗਾ ਕਿ ਹਾਂ ਵੀ ਇਹਨੂੰ ਠੀਕ ਕੀਤਾ ਜਾ ਸਕਦਾ। ਇਹ ਨਹੀਂ ਹੈ ਕਿ ਇਹਨੂੰ ਠੀਕ ਨਹੀਂ ਕੀਤਾ ਜਾ ਸਕਦਾ, ਇਹਨੂੰ ਠੀਕ ਕੀਤਾ ਜਾ ਸਕਦਾ। ਪ੍ਰਗਟ ਜੀ ਜਿਸ ਤਰੀਕੇ ਦੇ ਨਾਲ ਇਹ 5 ਸਾਲ ਗੁਜ਼ਰੇ, ਕਿਉਂਕਿ 2017 ਦੇ ਵਿੱਚ ਜੋ ਵਾਅਦੇ ਹੋਏ ਸੀਗੇ ਉਹਨਾਂ ਵਾਅਦਿਆਂ ਨੂੰ ਜਦੋਂ ਬੂਰ ਪੈਂਦਾ ਨਜ਼ਰ ਨਹੀਂ ਆਇਆ ਤਾਂ ਤੁਸੀਂ ਸਭ ਤੋਂ ਪਹਿਲੇ ਉਹ ਵਿਧਾਇਕ ਸੀ ਜਿਹਨੇ ਚਿੱਠੀ ਲਿਖੀ ਔਰ ਉਹਨਾਂ ਵਾਅਦਿਆਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਜਦੋਂ ਗੱਲ ਨਹੀਂ ਬਣੀ ਤਾਂ ਤੁਸੀਂ ਮੋਰਚਾ ਖੋਲ੍ਹ ਦਿੱਤਾ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਜਾਂਦਾ ਹੈ ਔਰ 111 ਦਿਨਾਂ ਦੀ ਹੁਣੇ ਚੰਨੀ ਸਰਕਾਰ ਬਣਦੀ ਹੈਗੀ ਹੈ। 111 ਦਿਨ ਕਿਵੇਂ ਵੇਖਦੇ ਹੈਗੇ ਹੋ? ਕਿਵੇਂ ਗੁਜ਼ਰੇ? ਆਪਣੇ ਇਸ ਟੈਨਿਓਰ ਨੂੰ ਕਿਵੇਂ ਵੇਖਦੇ ਹੈਗੇ ਹੋ? ਲੱਗਦਾ ਸੈਟੀਸਫਾਈਡ ਰਹੇ ਹੈਗੇ ਹੋ ਆਪਣੇ ਇਸ ਟੈਨਿਓਰ ਤੋਂ? ਮੈਂ 111 ਦਿਨਾਂ ਨੂੰ ਇੱਕ ਪੋਜ਼ਿਟਿਵ, ਕਿਉਂਕਿ ਲੋਕਾਂ ਨੂੰ ਇਹ ਲੱਗਣ ਲੱਗਿਆ ਕਿ ਇਹ ਲੋਕਾਂ ਦੀ ਸਰਕਾਰ ਹੈ।
ਮੈਂ ਨਹੀਂ ਕਹਿੰਦਾ ਵੀ 111 ਦਿਨਾਂ 'ਚ ਬਹੁਤ ਲੰਬੇ ਚੌੜੇ ਕੰਮ ਹੋ ਸਕਦੇ, ਲੇਕਿਨ ਅਸੀਂ ਬਿਜਲੀ ਸਮਝੌਤਿਆਂ ਦਾ ਜਿਹੜਾ ਫਾਈਨੈਂਸ਼ੀਅਲ ਐਂਗਲ ਸੀਗਾ ਉਹਨੂੰ ਰੱਦ ਕਰਵਾਇਆ ਔਰ ਉਹ 3 ਰੁਪਏ ਲੋਕਾਂ ਨੂੰ ਬਿਜਲੀ ਸਸਤੀ ਕੀਤੀ। ਕਿਉਂਕਿ ਮੈਂ ਇਹ ਸਮਝਦਾ ਕਿ ਇਹ ਸਭ ਤੋਂ ਵੱਡਾ ਨੁਕਸਾਨ ਜੇ ਪੰਜਾਬ ਦਾ ਹੈਗਾ ਤੇ ਉਹ ਬਿਜਲੀ ਸਮਝੌਤੇ ਅਜੇ ਉਹ ਫਾਈਨਲ ਨਹੀਂ ਹੋਏ, ਪਰ ਅਸੀਂ ਉਧਰੋਂ ਜੋ ਲੀਗਲੀ ਜੋ ਅਦਰਵਾਈਜ਼ ਕਰ ਸਕਦਾ ਸੀ ਪਾਰਟੀ ਦੇ ਤੌਰ ਤੇ ਉਹ ਕੀਤਾ। ਲੋਕ ਇਹ ਕਹਿ ਰਹੇ ਨੇ, ਵਿਰੋਧੀ ਇਹ ਕਹਿ ਰਹੇ ਨੇ, ਕਹਿੰਦੇ ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਲਾਨ ਜੀਤਨੇ, ਐਲਾਨ ਬਹੁਤ ਸਾਰੇ ਕਰ ਦਿੱਤੇ ਪਰ ਬੂਰ ਕਹਿੰਦੇ ਉਹਨਾਂ ਨੂੰ ਵੀ ਨਹੀਂ ਪਿਆ ਹੈਗਾ। ਕੋਈ ਇਹੋ ਜੀ ਗੱਲ ਨਹੀਂ ਹੈ। ਦੇਖੋ ਗਗਨ, ਓਵਰਨਾਈਟ ਨਹੀਂ ਬਹੁਤੀਆਂ ਚੀਜ਼ਾਂ ਹੁੰਦੀਆਂ, ਪਰ ਮੈਂ ਇਹ ਸੁਹਿਰਦਤਾ ਨਾ ਕਹਿ ਸਕਦਾ ਵੀ ਇਹਦੇ ਵਿੱਚ ਸਿੰਸੈਰਿਟੀ, ਇਹਦੇ ਵਿੱਚ ਬੇਸਿਕਲੀ ਮਿਹਨਤ, ਜੋ ਲੀਗਲ ਹੋ ਸਕਦਾ ਸੀ ਅਸੀਂ ਉਹਨੂੰ ਜਿਹੜਾ ਆ ਉਹ ਕੀਤਾ ਹੈਗਾ। ਜਿਹੜੀ ਚਿੱਠੀ ਲਿਖਦੇ ਸੀਗੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2017 ਦੇ ਵਿੱਚ ਲਿਖੀ ਸੀਗੀ ਜਾਂ ਉਸ ਤੋਂ ਬਾਅਦ ਲਿਖੀ ਸੀਗੀ, ਉਹ ਚਿੱਠੀ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਕਿੰਨੀਆਂ ਚੀਜ਼ਾਂ ਪੂਰੀਆਂ ਹੋਈਆਂ? ਕੈਪਟਨ ਅਮਰਿੰਦਰ ਸਿੰਘ ਨੂੰ ਜੋ ਲਾਉਣ ਦੀ ਕੋਸ਼ਿਸ਼ ਸੀਗੀ, ਲੱਗਦਾ ਉਹ ਸਫਲ ਹੋਈ? ਹਾਂ, ਡੈਫੀਨੇਟਲੀ। ਕਿਉਂਕਿ ਉਦੋਂ ਤੁਸੀਂ ਕਿਹਾ ਕਰਦੇ ਸੀ ਕਿ ਲੋਕਾਂ ਜਾਣਾ ਔਖਾ ਹੋ ਜਾਣਾ ਸਾਨੂੰ, ਜੇ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਲਾਇਆ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਨਾ ਪੂਰੇ ਕੀਤੇ, ਲੋਕਾਂ 'ਚ ਜਾਣਾ ਔਖਾ ਹੋ ਜਾਣਾ। ਅੱਜ ਜਾਣ ਨੂੰ ਠੀਕ ਹੈਗਾ, ਸੌਖ ਹੈਗੀ? ਡੈਫੀਨੇਟਲੀ ਅੱਜ ਬੇਸਿਕਲੀ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈਗਾ ਕਿ ਹਾਂ ਵੀ ਅਸੀਂ ਜਿਹੜਾ 111 ਦਿਨਾਂ ਦੇ ਵਿੱਚ ਕੰਮ ਕੀਤੇ ਆ, ਸ਼ਾਇਦ ਜੇ ਇਹ ਇਦਾਂ ਦੇ ਕੰਮ 4.5 ਸਾਲ ਵੀ ਹੁੰਦੇ ਤਾਂ ਸ਼ਾਇਦ ਸਾਨੂੰ ਇਲੈਕਸ਼ਨ ਦੇ ਵਿੱਚ ਕੋਈ ਕਿਸੇ ਕਿਸਮ ਦੀ ਸਮੱਸਿਆ ਹੀ ਨਾ ਆਉਂਦੀ। ਲੇਕਿਨ ਯੈਸ, ਹੁਣ ਇਹ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਾਣ ਜੋਗਾ ਜਿਹੜਾ ਕੰਮ ਕੀਤਾ ਹੈਗਾ, ਮੈਂ ਨਹੀਂ ਕੀਤਾ ਵੀ 100% ਕਰ ਲਿਆ, ਬਟ ਅਸੀਂ ਬਹੁਤ ਕੁਛ ਇਹਦੇ ਵਿੱਚ ਕੀਤਾ ਹੈ। ਲੱਗਦਾ ਕਿ ਜੋ ਇਹ ਇਨਫਾਈਟਿੰਗ ਹੋਈ ਹੈਗੀ ਔਰ ਜਿਸ ਤਰੀਕੇ ਦੇ ਨਾਲ ਹੁਣ ਵਿਧਾਇਕ ਟੁੱਟ ਰਹੇ ਨੇ, ਸਿਟਿੰਗ ਐਮਐਲਏਜ਼ ਬੀਜੇਪੀ ਦੇ ਵਿੱਚ ਜਾ ਰਹੇ ਨੇ, ਇਸ ਦਾ ਨੁਕਸਾਨ ਕਾਂਗਰਸ ਨੂੰ ਹੋਏਗਾ? ਬਿਲਕੁਲ ਨਹੀਂ ਹੋਊਗਾ। ਰਾਦਰ ਕਿ ਇਹ ਬੀਜੇਪੀ ਨਾ, ਜਦੋਂ ਤੁਸੀਂ ਯਾਦ ਹੋਣਾ ਤੁਹਾਨੂੰ, ਜਦੋਂ ਵੈਸਟ ਬੰਗਾਲ ਦੀ ਇਲੈਕਸ਼ਨ ਹੋਈ ਸੀ, ਇਹਨਾਂ ਨੇ ਉੱਥੇ ਵੀ ਇੱਕ ਵਾਸ਼ਿੰਗ ਮਸ਼ੀਨ ਲਾਈ ਸੀ। ਇਹ ਹੁਣ ਪੰਜਾਬ 'ਚ ਜਿਹੜਾ ਸਾਡਾ, ਮੈਂ ਨਹੀਂ ਕਹਿੰਦਾ ਸਾਡੇ 'ਚ ਮਾੜੇ ਨਹੀਂ ਹੈਗੇ, ਸਾਡੇ ਵਾਲੇ ਜਿਹੜੇ ਗੰਦਮੰਦ ਆ ਨਾ, ਉਹ ਵਾਸ਼ਿੰਗ ਮਸ਼ੀਨ 'ਚ ਲਿਜਾ ਕੇ ਇਹ ਬੀਜੇਪੀ ਵਾਲੇ ਧੋਣ ਲੱਗੇ ਹੋਏ ਆ। ਸੋ ਮੈਨੂੰ ਤਾਂ ਲੱਗਦਾ ਵੀ ਜੇ ਰਾਣਾ ਸੋਢੀ, ਫਤਿਹ ਜੰਗ ਬਾਜਵਾ ਗੰਦਮੰਦ ਸੀ ਸਾਰੇ। ਯਾਰ ਦੇਖੋ, ਗੱਲ ਇਹ ਆ ਕਿ ਜਦੋਂ ਇਹ ਕਿੱਦਾਂ ਲੈ ਕੇ ਜਾਂਦੇ ਆ, ਜਿਨ੍ਹਾਂ ਨੂੰ ਇਸ ਚੀਜ਼ ਦਾ ਡਰ ਹੁੰਦਾ ਵੀ ਬਾਂਹ ਮਰੋੜਨਗੇ, ਉਹ ਜਿਹੜੀਆਂ ਏਜੰਸੀਆਂ ਯੂਜ਼ ਕਰਨਗੇ ਉਹੀ ਵਾਸ਼ਿੰਗ ਮਸ਼ੀਨ ਆ ਨਾ, ਠੀਕ ਆ ਨਾ, ਤੇ ਫਿਰ ਉਹ ਜਿਹੜੇ ਜਾਂਦੇ ਆ ਜਾਣ। ਵੈਸਟ ਬੰਗਾਲ ਦੇ ਵਿੱਚ ਵੀ ਬੀਜੇਪੀ ਨੇ 2 ਤੋਂ 77 ਸੀਟਾਂ ਤੱਕ ਦਾ ਜਿਹੜਾ ਸੀਗਾ ਫਾਸਲਾ ਕਵਰ ਕੀਤਾ। ਲੱਗਦਾ ਇਸ ਵਾਰੀ ਕੋਈ ਚੈਲੰਜ ਨਜ਼ਰ ਆ ਰਿਹਾ ਬੀਜੇਪੀ ਦਾ ਤੁਹਾਨੂੰ? ਔਰ ਜੋ ਪਿੱਛੇ ਹੋਇਆ, ਜੋ ਪ੍ਰਧਾਨ ਮੰਤਰੀ ਮੋਦੀ ਆਏ, ਜੋ ਚੀਜ਼ਾਂ ਵਾਪਰੀਆਂ ਇੱਥੇ, ਉਸ ਚੀਜ਼ ਦਾ ਲੱਗਦਾ ਕਿ ਪੋਲਰਾਈਜੇਸ਼ਨ ਹੁੰਦੀ ਹੋਈ ਨਜ਼ਰ ਆਊ? ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਹੈ। ਪੰਜਾਬੀ ਜਿਹੜਾ ਆ, ਪੰਜਾਬੀ ਇੱਕ ਡਿਫਰੈਂਟ ਰੇਸ ਆ। ਪੰਜਾਬ ਉਹ ਗੁਰੂਆਂ ਦੀ ਧਰਤੀ ਹੈਗੀ ਆ, ਜਿਹਦੇ ਵਿੱਚ ਇਨਸਾਨੀਅਤ ਦੀ ਗੱਲ ਹੋਈ ਆ। ਸਾਨੂੰ ਇਹ ਜਿੰਨਾ ਮਰਜ਼ੀ ਤੋੜ ਲੈਣ, ਜਿੰਨਾ ਮਰਜ਼ੀ ਪੋਲਰਾਈਜੇਸ਼ਨ ਕਰ ਲੈਣ, ਪਰ ਇਹ ਸਾਡੀ ਪੋਲਰਾਈਜੇਸ਼ਨ ਹੁੰਦੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਭਾਜਪਾ ਦੇ ਨਾਲ ਸਰਕਾਰ ਬਣਾਵਾਂਗੇ, ਖੇਡੋ ਖੁੰਡੀ ਉਹਨਾਂ ਨੇ ਸਿੰਬਲ ਲਿੱਤਾ ਹੈ। ਹਾਂ, ਖੁੰਡੀ ਐਕਚੁਅਲੀ ਬੀਜੇਪੀ ਦੀ ਆ, ਕੈਪਟਨ ਅਮਰਿੰਦਰ ਸਿੰਘ ਕੋਲ ਤਾਂ ਖਿੱਦੋ ਹੀ ਆ। ਉਹ ਹੁਣ ਜਿੱਧਰ ਨੂੰ ਮਾਰ ਦਿੰਦੇ ਉਧਰ ਨੂੰ ਤੁਰ ਪੈਂਦੇ ਆ। ਹੋਰ ਗੱਲ ਤਾਂ ਇੰਨੀ ਹੈਗੀ ਆ। ਜਦੋਂ ਇਹ ਸਿੰਬਲ ਅਲਾਟ ਹੋਇਆ, ਕਿਵੇਂ ਵੇਖਦੇ ਹੋ ਸਿੰਬਲ? ਉਹ ਤੁਹਾਡਾ ਤਾਂ ਬਹੁਤ ਪਿਆਰ ਹੈ ਇਸ ਸਿੰਬਲ ਦੇ ਨਾਲ, ਇਹ ਤਾਂ ਤੁਹਾਡੀ, ਆਪਾਂ ਕਹਿ ਸਕਦੇ ਹਾਂ, ਤੁਹਾਡਾ ਕੈਰੀਅਰ ਰਿਹਾ। ਮੇਰਾ ਕੈਰੀਅਰ ਹੈ, ਮੈਂ ਜੋ ਵੀ ਅੱਜ ਹੈਗਾ ਉਹ ਹਾਕੀ ਕਰਕੇ ਹੀ ਆ। ਪਰ ਇਹ ਜਿਹੜਾ ਸਿੰਬਲ ਇਹਨਾਂ ਨੂੰ ਮਿਲਿਆ, ਇਹ ਬੇਸਿਕਲੀ ਤਾਂ ਬੀਜੇਪੀ ਨੇ ਖੂੰਡੀ ਆਪਣੇ ਹੱਥ ਰੱਖ ਲਈ, ਕੈਪਟਨ ਅਮਰਿੰਦਰ ਸਿੰਘ ਨੂੰ ਖਿੱਦੋ ਬਣਾਤਾ, ਤੇ ਖਿੱਦੋ ਬਣਾ ਕੇ ਜਿੱਧਰ ਨੂੰ ਭੇਜਦੇ ਉਧਰ ਨੂੰ ਤੁਰੀ ਜਾਂਦੇ। ਚੰਨੀ ਹਾਕੀ ਖੇਡਦੇ ਵੀ ਨਜ਼ਰ ਆਏ ਸੀਗੇ, ਚੰਨੀ ਹੁਣੀ ਗੋਲਕੀਪਰ ਵੀ ਬਣੇ ਸੀ, ਪਰ ਤੁਸੀਂ ਗੋਲ ਕਰਤਾ ਸੀਗਾ। ਕੈਪਟਨ ਅਮਰਿੰਦਰ ਸਿੰਘ ਲੱਗਦਾ ਗੋਲ ਕਰ ਪਾਉਣਗੇ? ਨਾ, ਬਿਲਕੁਲ ਹੀ ਨਹੀਂ। ਇਹ ਤਾਂ ਮੈਨੂੰ ਲੱਗਦਾ, ਮੇਰੀ ਤਾਂ ਹਜੇ ਵੀ ਸਿੰਸੀਅਰ ਐਡਵਾਈਸ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰੇਸਫੁਲੀ ਕੁਇਟ ਕਰ ਜਾਣਾ ਚਾਹੀਦਾ। ਮੁਕਾਬਲਾ ਕਿਸ ਨਾਲ ਦੇਖ ਰਹੇ ਹੋ ਪ੍ਰਗਟ ਜੀ, ਜਿਸ ਤਰੀਕੇ ਨਾਲ ਅਸੈਸਮੈਂਟ ਤੁਸੀਂ ਕੀਤੀ ਹੈ? ਮੈਨੂੰ ਲੱਗਦਾ ਕਿਸੇ ਨਾਲ ਬਹੁਤਾ ਮੁਕਾਬਲਾ ਹੈ ਨਹੀਂ ਹੈ, ਕਿਉਂਕਿ ਕਾਂਗਰਸ ਆਪਣੇ ਆਪ ਦੇ ਵਿੱਚ ਸਰਕਾਰ ਬਣਾਉ। ਕਿੰਨੀਆਂ ਵੋਟਾਂ ਲੈ ਕੇ, ਕਿੰਨੀਆਂ ਸੀਟਾਂ ਲੈ ਕੇ ਜਾ ਰਹੀ? ਦੇਖੋ, ਐਗਜ਼ੈਕਟਲੀ ਤਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਹਜੇ ਕਿਉਂਕਿ ਅਲਾਟਮੈਂਟਸ ਵੀ ਹੋਣੀਆਂ, ਟਿਕਟਾਂ ਦੀ ਅਲਾਟਮੈਂਟ ਬੀਜੇਪੀ ਨੇ ਵੀ ਕਰਨੀ ਹੈਗੀ ਆ, ਆਮ ਆਦਮੀ ਪਾਰਟੀ ਕਰ ਰਹੀ ਹੈਗੀ ਆ, ਸਾਡੇ ਵਾਲੀ ਦੀ ਅੱਜ ਅਨਾਊਂਸਮੈਂਟ ਹੋਣੀ ਆ, ਕੁਛ ਵਿਧਾਇਕ ਦੀ, ਜਿਹੜੇ ਕਿਸਾਨ ਹੈ ਉਹ ਕਰ ਰਹੇ ਹੈਗੇ ਆ। ਸੋ ਇਟ ਇਜ਼ ਏ ਮੈਚ ਐਂਡ ਮਿਕਸ। ਆਪਣੀ ਸੀਟ ਦੀ ਜੇ ਗੱਲ ਕਰੀਏ ਤੁਹਾਡੀ ਜਲੰਧਰ ਕੈਂਟ ਦੀ, ਮੁਕਾਬਲਾ ਕਿਸ ਨਾਲ ਦੇਖਦੇ ਹੈਗੇ ਕਿ ਕੋਈ ਟੱਕਰ 'ਚ ਹੀ ਨਹੀਂ ਹੈਗਾ? ਮੈਨੂੰ ਨਹੀਂ ਲੱਗਦਾ ਕੋਈ ਨੇੜੇ ਤੇੜੇ ਨਹੀਂ ਹੈਗਾ। ਕਿ ਤੁਹਾਡੇ ਸਾਹਮਣੇ ਜਗਬੀਰ ਬਰਾੜ ਹੋਣੀ ਹੈਗੇ ਨੇ, ਹਾਲਾਂਕਿ ਉਹ ਵੀ ਕਾਂਗਰਸ 'ਚ ਰਹੇ ਸੀਗੇ, ਫਿਰ ਇੱਧਰ ਆ ਗਏ ਹੁਣ, ਤੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਸਵਾਲ ਬਹੁਤ ਖੜੇ ਕਰ ਰਹੇ ਨੇ, ਮੈਂ ਦੇਖਿਆ ਫੇਸਬੁੱਕ ਤੇ ਲਾਈਵ ਹੋਏ ਸੀਗੇ, ਸੜਕਾਂ ਦਿਖਾ ਰਹੇ ਸੀ, ਕਹਿੰਦੇ 400 ਕਰੋੜ ਪਤਾ ਨਹੀਂ ਕਿੱਥੇ ਗਿਆ, ਸੜਕਾਂ ਬਣੀਆਂ ਨਹੀਂ। ਓਪੋਜੀਸ਼ਨ ਨੂੰ ਕਹਿਣ ਦਾ ਹੱਕ ਹੈਗਾ। ਦੇਖੋ, ਮੇਰੇ 11 ਪਿੰਡ ਸ਼ਹਿਰ 'ਚ ਆਏ ਸੀਗੇ,
11 ਪਿੰਡਾਂ ਦਾ ਜਿਹੜਾ ਸੀਵਰੇਜ ਆ, ਕਿਉਂਕਿ ਇਹ ਸੌਖਾ ਕੰਮ ਨਹੀਂ ਹੁੰਦਾ, ਛੋਟਾ ਕੰਮ ਨਹੀਂ ਹੁੰਦਾ। ਮੈਂ ਕਦੀ ਉਹ ਕੰਮ ਨਹੀਂ ਕਰਦਾ ਜਿਹੜਾ ਭੁਲੇਖੇ ਪਾਉਣ ਵਾਲਾ ਹੋਵੇ। ਉਹਨਾਂ 11 ਪਿੰਡਾਂ ਦੇ ਵਿੱਚ ਸੀਵਰੇਜ ਆਲਮੋਸਟ ਕੰਪਲੀਟ ਹੋ ਗਿਆ, ਲੇਕਿਨ ਜਦੋਂ ਹੁਣ ਕਿਤੇ ਉਹ ਸੀਵਰੇਜ ਪੈ ਕੇ ਮਿੱਟੀ ਪੱਟ ਹੋਈ ਆ, ਉਹ ਜਦੋਂ ਵੀ ਮੀਂਹ ਪਊਗਾ ਉਹ ਨੈਚੁਰਲੀ ਆ ਕਿਤੇ ਨਾ ਕਿਤੇ ਉੱਥੇ ਦਲਦਲ ਬਣੂਗੀ। ਮਟੀਰੀਅਲ ਵਧੀਆ ਨਹੀਂ ਇਸਤੇਮਾਲ ਕੀਤਾ, ਘਟੀਆ ਮਟੀਰੀਅਲ ਸੀਵਰੇਜ ਤਾਂ ਪਾਈਪ ਹੀ ਹੁੰਦਾ, ਮਟੀਰੀਅਲ ਹੋਰ ਕੀ ਹੁੰਦਾ। ਸੋ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੋਈ ਸਮੱਸਿਆ ਵਾਲੀ ਗੱਲ ਹੈਗੀ ਆ। ਇਹ ਤਾਂ ਐਵੇਂ ਬਿਨਾਂ ਕਿਸੇ ਗੱਲ ਤੋਂ ਬਾਤ ਦਾ ਬਤੰਗੜ ਬਣਾਉਣ ਵਾਲੀ ਗੱਲ ਹੈ। ਸੋ ਆਈ ਡੋਂਟ ਸੀ ਐਨੀ ਪ੍ਰੋਬਲਮ ਇਨ ਦਿਸ। ਜਲੰਧਰ ਦੇ ਲੋਕ ਇਸ ਵਾਰ ਫਿਰ ਤੁਹਾਨੂੰ ਜਿਤਾ ਕੇ ਵਿਧਾਨ ਸਭਾ ਤੱਕ ਭੇਜਣਗੇ, ਕਿਉਂਕਿ ਇੱਕ ਇਹ ਵੀ ਸਵਾਲ ਖੜਾ ਹੁੰਦਾ, ਕਹਿੰਦੇ ਪ੍ਰਗਟ ਸਿੰਘ ਹੋਣੀ ਜਦੋਂ ਅਕਾਲੀ ਦਲ 'ਚ ਸੀਗੇ ਉਦੋਂ ਅਕਾਲੀ ਦਲ ਦੇ ਖਿਲਾਫ ਬੋਲੇ ਤਾਂ ਗਾਇਬ ਹੋ ਗਏ ਵਿੱਚੋਂ। ਇਸ ਵਾਰ ਕਾਂਗਰਸ ਦੇ ਵਿੱਚ ਸੀਗੇ ਤਾਂ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਬਣੀ ਤਾਂ ਕਹਿੰਦੇ ਪ੍ਰਗਟ ਸਿੰਘ ਫੇਰ ਵਿੱਚ ਗਾਇਬ ਹੋ ਗਏ ਸੀਗੇ। ਇਹ ਬੜਾ ਇੱਕ ਤੁਹਾਡੇ ਸਵਾਲ ਖੜਾ ਹੁੰਦਾ। ਤਾਂ ਯਾਰ ਦੇਖੋ, ਓਪੋਜੀਸ਼ਨ ਨੇ ਕਹਿਣਾ ਹੁੰਦਾ, ਪਰ ਇਹ ਤਾਂ ਲੋਕਾਂ ਦਾ ਆ ਨਾ। ਕਿਉਂਕਿ ਜਦੋਂ ਮੈਨੂੰ ਪਿਛਲੀ ਵਾਰੀ ਕਹਿੰਦੇ ਸੀ, ਉਸ ਤੋਂ ਬਾਅਦ ਮੈਂ 30,000 ਤੇ ਜਿੱਤਿਆ, ਇਸ ਵਾਰੀ ਮੈਂ 40,000 ਤੇ ਜਿੱਤਣਾ ਹੈਗਾ। ਇਹਨਾਂ ਲੋਕਾਂ ਦਾ ਬੇਸਿਕਲੀ ਬਹੁਤ ਛੋਟੀਆਂ ਗੱਲਾਂ ਹੁੰਦੀਆਂ। ਉਹ ਛੋਟਾ, ਇਹ ਜਿਹੜੇ ਮੇਰੇ ਵਿਰੋਧੀ ਆ ਨਾ, ਇਹਨਾਂ ਦਾ ਆਪਣਾ ਕੋਈ ਸਟੈਂਡ ਹੀ ਹੈ ਨਹੀਂਗਾ। ਜਗਬੀਰ ਬਰਾੜ ਆ ਬਈ, ਲੜਾਈ ਕਾਦੀ ਆ? ਮੇਰੀ ਤਾਂ ਲੌਜਿਕ ਦੀ ਲੜਾਈ ਹੈ, ਇਹਨਾਂ ਦੀ ਕਾਦੀ ਲੜਾਈ ਆ? ਇਹਨਾਂ ਨੇ ਤਾਂ ਕਦੀ, ਜਿਹੜਾ ਇਹਨਾਂ ਦਾ ਕੋਈ ਬੌਸ ਹੋਇਆ, ਇਹਨਾਂ ਨੇ ਤਾਂ ਕਦੀ ਉਹਦੇ ਮੂਹਰੇ ਜ਼ੁਬਾਨ ਹੀ ਨਹੀਂ ਖੋਲ੍ਹੀ। ਇਹਨਾਂ ਦੇ ਮੂੰਹ 'ਚ ਇਦਾਂ ਦੀ ਜ਼ੁਬਾਨ ਹੀ ਹੈ ਨਹੀਂ ਗੀ। ਇਹ ਤਾਂ ਡੈਮੋਕ੍ਰੇਸੀ ਦੇ ਨਾਂ 'ਤੇ ਬੇਸਿਕਲੀ ਧੱਬੇ ਵਾਲੀ ਗੱਲ ਹੈਗੀ ਆ। ਸੋ ਆਈ ਡੋਂਟ ਸੀ ਇਹਨਾਂ ਦੇ ਵਿੱਚ ਕੋਈ ਲੀਡਰਸ਼ਿਪ ਵਾਲੀ ਕੁਆਲਿਟੀ ਹੋਵੇ, ਕੋਈ ਇਹ ਸਮਾਜ ਨੂੰ ਸੇਧ ਦੇ ਸਕਣ, ਜਿੱਥੇ ਕਿਤੇ ਫਸਣ ਦੀ ਜ਼ਰੂਰਤ ਹੈ ਉੱਥੇ ਫਸ ਸਕਣ। ਤੁਹਾਨੂੰ ਲੱਗਦਾ ਵੀ ਇਹ ਲੋਕ ਉਹ ਹੈਗੇ ਆ? ਕੋਈ ਕੇਜਰੀਵਾਲ ਨੂੰ ਬੋਲ ਸਕਦਾ ਇੰਟਰਨਲੀ? ਕੋਈ ਬੀਜੇਪੀ ਦੇ ਵਿੱਚ ਅਮਿਤ ਸ਼ਾਹ ਨੂੰ ਤੇ ਮੋਦੀ ਨੂੰ ਬੋਲ ਸਕਦਾ? ਮੈਂ ਅਗਲਾ ਸਵਾਲ, ਕੋਈ ਸੁਖਬੀਰ ਬਾਦਲ ਨੂੰ ਬੋਲ ਸਕਦਾ? ਸੋ ਇਹ ਤਾਂ ਬੇਸਿਕਲੀ ਉਹ ਪਿਛਲੱਗ ਫੌਜ ਹੈਗੀ ਆ। ਆਈ ਡੋਂਟ ਕੇਅਰ। ਇਸੇ ਤੇ ਹੀ ਹੋਣਾ ਸੀ, ਇੰਟਰਨਲ ਡੈਮੋਕ੍ਰੇਸੀ ਤੇ ਹੀ ਹੋਣਾ ਸੀ, ਕਿਉਂਕਿ ਜੋ ਇਸ ਵੇਲੇ ਨਵਜੋਤ ਸਿੰਘ ਸਿੱਧੂ ਦੇ ਤੇਵਰ ਨਜ਼ਰ ਆ ਰਹੇ, ਮੈਂ ਹਾਂ ਜਾਂ ਨਾ ਦੇ ਵਿੱਚ ਸਵਾਲ ਦਾ ਜਵਾਬ ਦੇਣਾ ਚਾਹੂੰਗਾ ਕਿ ਨਵਜੋਤ ਸਿੰਘ ਸਿੱਧੂ ਠੀਕ ਹੈਗੇ ਨੇ? ਸਕਦਾ। ਦੇਖੋ, ਇੰਟਰਨਲ ਡੈਮੋਕ੍ਰੇਸੀ ਆ, ਮੈਂ ਇਹਨੂੰ ਡੈਮੋਕ੍ਰੇਸੀ ਲਈ ਸ਼ੁਭ। ਪਬਲਿਕ ਡੈਮੋਕ੍ਰੇਸੀ ਨਜ਼ਰ ਆਉਂਦੀ ਹੈ। ਜੋ ਸਿੱਧੂ ਇਸ ਵੇਲੇ ਬੋਲ ਰਹੇ ਨੇ ਉਹ ਇਹ ਇੰਟਰਨਲ ਨਹੀਂ ਨਜ਼ਰ ਆ ਰਹੀ। ਇਹ ਗਗਨ ਜੀ ਤੁਹਾਡੀ ਪਰਸੈਪਸ਼ਨ ਹੋ ਸਕਦੀ ਆ, ਮੀਡੀਆ ਦੀ ਪਰਸੈਪਸ਼ਨ ਹੋ ਸਕਦੀ ਆ, ਬਟ ਮੈਂ ਇਹਨੂੰ ਸ਼ੁਭ ਸ਼ਗਨ ਮੰਨਦਾ। ਇਸ ਕਰਕੇ ਮੰਨਦਾ ਕਿਉਂ? ਦੇਖੋ, ਮੈਨੂੰ ਇਹ ਦੱਸੋ, ਆ ਬਾਕੀ ਪਾਰਟੀਆਂ ਦੇ ਵਿੱਚ ਕੋਈ ਬੋਲ ਸਕਦਾ ਬਈ ਇਹ ਵੀ ਡੈਮੋਕ੍ਰੇਸੀ ਲਈ ਤਾਂ ਇੱਕ ਚੰਗਾ ਸ਼ਗਨ ਹੈਗਾ? ਜਦ ਇੰਟਰਨਲ ਡੈਮੋਕ੍ਰੇਸੀ ਜੇ ਨਹੀਂ ਸਟਰੋਂਗ ਹੋਊਗੀ, ਐਂਡ ਆਫ ਦਾ ਡੇ ਫਿਰ ਅਸੀਂ ਕਿੱਥੇ ਖੜੇ ਹੋਵਾਂਗੇ? ਪਰ ਕਹਿੰਦੇ ਇਹ ਸ਼ਗਨ ਹੀ ਕਾਹਦਾ ਜਿਹੜਾ ਲਿਫਾਫਾ ਖਾਲੀ ਕਰ ਦੇਵੇ। ਇਹ ਸ਼ਗਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਚੀਜ਼ਾਂ ਨਜ਼ਰ ਆ ਰਹੀਆਂ ਨੇ, ਜੋ ਪ੍ਰਗਟ ਜੀ ਹੁਣ ਪਿੱਛੇ ਪ੍ਰੈਸ ਕਾਨਫਰੰਸ ਹੋਈ, ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਦੀ ਗੱਲ ਕੀਤੀ, ਜਿੱਤੇਗਾ ਪੰਜਾਬ ਦਾ ਲੋਗੋ ਲੱਗਿਆ ਹੋਇਆ ਹੈ। ਕਾਂਗਰਸ ਦੇ ਸਿਰਫ ਸਾਈਡ ਦੇ ਉੱਤੇ ਕਹਿੰਦੇ ਪੰਜਾ ਛੋਟਾ ਜਿਹਾ, ਨਾਲ 3 ਫੋਟੋਆਂ, ਪੰਜਾਬ ਦੇ ਲੀਡਰ ਹੀ ਮਿਸਿੰਗ ਹੈ, ਚੰਨੀ ਜਿਹੜੇ ਸੀਐਮ ਹੈਗੇ ਨੇ ਉਹਨਾਂ ਦੀ ਫੋਟੋ ਹੀ ਮਿਸਿੰਗ ਹੈਗੀ। ਕੋਈ ਇਹੋ ਜੀ ਗੱਲ ਨਹੀਂ ਹੈ। ਦੇਖੋ, ਐਂਡ ਆਫ ਦਾ ਡੇ ਤਾਂ ਹਰ ਬੰਦੇ ਨੂੰ ਆਪਣਾ ਕਹਿਣ ਦਾ ਨਜ਼ਰੀਆ ਹੈਗਾ, ਉਹਦਾ ਨਵਜੋਤ ਦਾ ਆਪਣਾ ਨਜ਼ਰੀਆ। ਬਟ ਐਟ ਦਾ ਸੇਮ ਟਾਈਮ ਜਦੋਂ ਪਾਰਟੀ ਪਲੇਟਫਾਰਮ ਤੇ ਜੋ ਚੀਜ਼ ਵਾਇਬਲ ਹੋਈ, ਜੋ ਡਿਸਕਸ਼ਨ ਤੋਂ ਬਾਹਰ ਹੋਈ, ਪਾਰਟੀ ਦੇ ਵਿੱਚ ਤਾਂ ਉਹੀ ਗੱਲ ਹੋਣੀ ਹੈਗੀ ਆ। ਸੋ ਇਸ ਗੱਲ ਦਾ ਮੈਨੂੰ ਲੱਗਦਾ ਮੀਡੀਆ ਨੂੰ ਬਹੁਤ ਜ਼ਿਆਦਾ ਬਾਤ ਦਾ ਬਤੰਗੜ ਨਹੀਂ ਬਣਾਉਣਾ ਚਾਹੀਦਾ। ਸਿੱਧੂ ਤਾਂ ਚੰਨੀ ਨੂੰ ਵੀ ਨਹੀਂ ਬਖਸ਼ਦੇ ਪਏ, ਕਹਿੰਦੇ ਸਿੱਧੂ ਚੰਨੀ ਦੇ ਉੱਤੇ ਵੀ ਸਵਾਲ ਖੜੇ ਕਰ ਰਹੇ ਨੇ। ਚੰਨੀ ਉਹਨਾਂ ਦੇ ਵੀ 111 ਦਿਨ ਦੇ ਕਾਰਜਕਾਲ ਦੇ ਉੱਤੇ ਉਹਨਾਂ ਨੇ ਕਈ ਚੀਜ਼ਾਂ ਖੜੀਆਂ ਕਰ ਦਿੱਤੀਆਂ। ਕਹਿੰਦਾ ਇਹ ਵੀ ਚੰਗੀ ਗੱਲ ਆ, ਇਹ ਵੀ ਇੰਟਰਨਲ ਡੈਮੋਕ੍ਰੇਸੀ ਦੀ ਸਟਰੈਂਥ ਹੈਗੀ ਆ। ਤੁਸੀਂ ਬਾਕੀ ਪਾਰਟੀਆਂ 'ਚ ਦੱਸੋ ਵੀ ਇਹਦਾ ਇਹ ਇੰਟਰਨਲ ਡੈਮੋਕ੍ਰੇਸੀ ਤੁਹਾਨੂੰ ਨੁਕਸਾਨ ਪਹੁੰਚਾਊਗੀ? ਕੋਈ ਨੁਕਸਾਨ ਨਹੀਂ ਪਹੁੰਚਾਊਗੀ। ਬਸ ਤੁਸੀਂ ਠੀਕ ਰਹੋ, ਤੁਸੀਂ ਉਹਨੂੰ ਪੋਜ਼ਿਟਿਵਲੀ ਸਿੱਧੂ ਠੀਕ ਕਰ ਰਹੇ, ਤੁਹਾਡੇ ਹਿਸਾਬ ਨਾਲ ਸਿੱਧੂ ਠੀਕ ਰਾਹ ਦੇ ਉੱਤੇ ਚੱਲ ਰਹੇ ਨੇ? ਤੂੰ ਠੀਕ ਜਾਂ ਗਲਤ ਦੀ ਗੱਲ ਨਹੀਂ ਕਰਦਾ, ਮੈਂ ਕਰਦਾ ਵੀ ਇੰਟਰਨਲ ਡੈਮੋਕ੍ਰੇਸੀ ਜਿਹੜੀ ਜਿੰਨੀ ਸਟਰੋਂਗ ਹੋਊਗੀ ਉਨੀ ਬਹੁਤ ਖਾਸ ਮਿੱਤਰ ਨੇ ਸਿੱਧੂ ਹੋਣੀ। ਔਰ ਇਹ ਚਰਚਾਵਾਂ ਵੀ ਪਿੱਛੇ ਜੇ ਦਿਨਾਂ ਦੇ ਵਿੱਚ ਸਾਨੂੰ ਸੁਣਨ ਚ ਮਿਲੀਆਂ, ਕਹਿੰਦੇ ਪ੍ਰਗਟ ਵੀ ਨਾਰਾਜ਼ ਹੋ ਗਏ, ਕਹਿੰਦੇ ਜਿਹੜੇ ਉਹਨਾਂ ਦੇ ਖਾਸ ਮਿੱਤਰ ਸੀ ਪ੍ਰਗਟ ਵੀ ਨਾਰਾਜ਼। ਮੈਂ ਕਦੀ ਕਿਸੇ ਨਾਲ ਨਾਰਾਜ਼ ਨਹੀਂ ਹੁੰਦਾ। ਮੈਂ ਨਵਜੋਤ ਨਾਲ ਤਾਂ ਨਾਰਾਜ਼ ਹੋ ਗਏ ਸੀ ਤੁਸੀਂ? ਨਹੀਂ ਵੀ ਲੜਾਈ ਕਾਦੀ ਹੈ? ਇੱਕ ਅਸੂਲਾਂ ਦੀ ਲੜਾਈ ਆ, ਲੜਾਈ ਇੱਕ ਲੌਜਿਕ ਦੀ ਲੜਾਈ ਆ। ਜਿਹੜੀ ਮੈਂ ਨਵਜੋਤ ਨੂੰ ਗੱਲ ਕਹਿਣੀ ਹੁੰਦੀ ਮੈਂ ਉਹ ਵੀ ਕਹਿ ਲੈਣਾ। ਨਵਜੋਤ ਸਿੱਧੂ ਦੇ ਲੌਜਿਕ ਠੀਕ ਹੈਗੇ ਨੇ? ਮੈਂ ਕਹਿਣ ਡਿਆ ਜਿਹੜੀ ਗੱਲ ਮੈਂ ਨਵਜੋਤ ਨੂੰ ਕਹਿਣੀ ਹੁੰਦੀ ਆ ਮੈਂ ਉਹ ਵੀ ਕਹਿ ਲੈਣਾ। ਹੋ ਸਕਦਾ ਉਹ ਆਪਣੀ ਜਗ੍ਹਾ ਠੀਕ ਹੋਵੇ, ਮੈਂ ਆਪਣੀ ਜਗ੍ਹਾ ਠੀਕ। ਨਵਜੋਤ ਸਿੱਧੂ ਦੇ ਲੌਜਿਕ ਠੀਕ ਨਜ਼ਰ ਆਉਂਦੇ ਨੇ, ਪੰਜਾਬ ਮਾਡਲ ਠੀਕ ਨਜ਼ਰ ਆਉਂਦਾ ਤੁਹਾਨੂੰ? ਲੱਗਦਾ ਹੈ ਕਿ ਇਹ ਫਿਜ਼ੀਬਲ ਹੈਗਾ ਜੋ ਐਲਾਨ ਕਰ ਰਹੇ ਨੇ? ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗਿਣਾ ਦਿੱਤਾ ਕਿ ਕੁੜੀਆਂ ਨੂੰ ਸਕੂਟੀ ਦੇਵਾਂਗੇ, 12ਵੀਂ ਪਾਸ ਨੂੰ ਅਸੀਂ 20,000 ਦੇਵਾਂਗੇ, 11ਵੀਂ ਨੂੰ ਅਸੀਂ ਇੰਨਾ ਰਾਸ਼ੀ ਦੇਵਾਂਗੇ, ਮਹਿਲਾਵਾਂ ਨੂੰ 2-2 ਹਜ਼ਾਰ ਦੇਵਾਂਗੇ। ਪਹਿਲਾਂ ਉਹੀ
ਅਰਵਿੰਦ ਕੇਜਰੀਵਾਲ ਦੇ ਬਿਆਨਾਂ ਦੇ ਉੱਤੇ ਮਜ਼ਾਕ ਉਡਾਉਂਦੇ ਸੀ, ਕਹਿੰਦੇ ਜੇ ਮੇਰੀ ਘਰ ਵਾਲੀ ਨੂੰ ਦੇਣਗੇ ਤਾਂ ਮੈਂ ਭਿਉਂ ਕੇ ਮਾਰੂੰਗਾ, ਤਾਂ ਹੁਣ ਉਹੀ 2000 ਦੇ ਰਹੇ ਨੇ, ਕਿੱਥੋਂ ਖਜ਼ਾਨਾ ਆਊਗਾ? ਕੀ ਲੱਗਦਾ ਹੈ ਫਿਜ਼ੀਬਲ ਚੀਜ਼ਾਂ ਹੈਗੀਆਂ ਤੁਹਾਨੂੰ? ਇਹ ਦੇਖੋ, ਇੱਕ ਬੰਦੇ ਨੇ ਕਹਿਤਾ, ਲੇਕਿਨ ਪਲੇਟਫਾਰਮ ਤੇ, ਪਾਰਟੀ ਪਲੇਟਫਾਰਮ ਤੇ ਜੋ ਵਿਜ਼ੀਬਲ ਹੋਊਗਾ, ਜੋ ਡੂਏਬਲ ਹੋਊਗਾ, ਨੈਚੁਰਲੀ ਪਾਰਟੀ ਤਾਂ ਉਹਨੂੰ ਅਡਾਪਟ ਕਰੂਗੀ। ਕਿਉਂਕਿ ਜਦੋਂ ਪਾਰਟੀ ਦਾ ਮੈਨੀਫੈਸਟੋ ਬਣੂਗਾ ਉਹਦੇ ਵਿੱਚ ਜੇ ਨਵਜੋਤ ਦੀ ਕਹੀ ਹੋਈ ਕੋਈ ਚੰਗੀ ਚੀਜ਼ ਹੈ ਤਾਂ ਮੈਨੂੰ ਲੱਗਦਾ ਉਹ ਵੀ ਪਾਉਣੀ ਚਾਹੀਦੀ ਹੈ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤਾਂ ਨਜ਼ਰ ਹੀ ਨਹੀਂ ਆ ਰਹੇ, ਪ੍ਰਤਾਪ ਬਾਜਵਾ ਦਾ ਕੋਈ ਬਿਆਨ ਨਹੀਂ ਦਿੰਦੇ ਨਜ਼ਰ ਆ ਰਹੇ। ਇੱਦਾਂ ਲੱਗਦਾ ਕਿ ਇਹ ਸਿੱਧੂ ਹੋਣਾ ਦਾ ਹੀ ਮੈਨੀਫੈਸਟੋ ਹੈ, ਸਿੱਧੂ ਹੋਣੀ ਸਾਰਾ ਬਣਾਉਣਗੇ। ਯਾਰ ਦੇਖੋ, ਐਂਡ ਆਫ ਦਾ ਡੇ ਮੈਨੀਫੈਸਟੋ ਕਿਹੜਾ ਬਣਨਾ? ਜਿਹੜਾ ਪਾਰਟੀ ਦਾ ਆਥੋਰਾਈਜ਼ ਚੇਅਰਮੈਨ ਹੈ, ਕਮੇਟੀ ਆ, ਉਹਦੇ ਵਿੱਚ ਨੈਚੁਰਲੀ ਪ੍ਰਧਾਨ ਦੀ ਸੇਧ ਤਾਂ ਹੁੰਦੀ ਆ ਡੈਫੀਨੇਟਲੀ। ਅੱਛਾ, ਉਹਦੇ ਵਿੱਚ ਜੋ ਹੋਊਗਾ ਉਹ ਅਲਟੀਮੇਟਲੀ ਕਿਸੇ ਨਾ ਕਿਸੇ ਥਾਟ ਪ੍ਰੋਸੈਸ ਦਾ ਹਿੱਸਾ ਬਣ ਕੇ ਹੀ ਗਾਂਹ ਵਿਚਰੂਗਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਪ੍ਰੋਬਲਮ ਹੈਗੀ ਆ। ਸੀਐਮ ਫੇਜ਼ ਦੇ ਉੱਤੇ ਕੀ ਲੱਗਦਾ ਕਿ ਕਾਂਗਰਸ ਨੂੰ ਸੀਐਮ ਫੇਜ਼ ਦੇ ਨਾਲ ਚੋਣ ਲੜਨੀ ਚਾਹੀਦੀ ਹੈ? ਸਿੱਧੂ ਕਹਿ ਰਹੇ ਨੇ ਸੀਐਮ ਫੇਜ਼ ਦਾ ਐਲਾਨ ਹੋਣਾ ਚਾਹੀਦਾ ਹੈਗਾ। ਉੱਥੇ ਹੀ ਮਨੀਸ਼ ਤਿਵਾਰੀ ਦਾ ਬਿਆਨ ਆ ਜਾਂਦਾ ਹੈਗਾ, ਉਹ ਕਹਿੰਦੇ ਸੀਐਮ ਇਹੋ ਜਿਹਾ ਹੋਵੇ ਜਿਹੜਾ ਭਾਰ ਚੱਲ ਸਕੇ। ਕਾਂਗਰਸ ਕਹਿੰਦੀ ਹੈ, ਰਣਦੀਪ ਸੁਰਜੇਵਾਲਾ ਕਹਿੰਦੇ ਨੇ ਕਿ ਸਾਡੇ ਤਾਂ ਸੀਐਮ ਫੇਸ ਹੈਗਾ ਹੀ ਨਹੀਂ ਕੋਈ, ਅਸੀਂ ਤਾਂ ਸਭ ਦੇ ਫੇਸ ਦੇ ਨਾਲ ਇਲੈਕਸ਼ਨ ਲੜਾਂਗੇ। ਤੁਹਾਨੂੰ ਕੀ ਲੱਗਦਾ ਸੀਐਮ ਫੇਸ ਹੋਣਾ ਚਾਹੀਦਾ ਕਿ ਨਹੀਂ? ਦੇਖੋ, ਮੈਨੂੰ ਲੱਗਦਾ ਸੀਐਮ ਫੇਸ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਇਹ ਆ, ਪੰਜਾਬ ਨੂੰ ਇਹ ਸੀਐਮ ਵਾਲੀ ਰੇਸ ਨੇ ਬਹੁਤ ਮਾਰਿਆ। ਮੈਂ ਅਕਰੋਸ ਦਾ ਪਾਰਟੀ ਲਾਈਨ ਵੀ ਗੱਲ ਕਰਦਾ, ਮੈਨੂੰ ਲੱਗਦਾ ਵਾਈ ਨਾਟ ਟੀਮ? ਕਿਉਂਕਿ ਟੀਮ ਕੋਈ ਇੱਕ ਬੰਦਾ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ, ਇੱਕ ਬੰਦਾ ਕੋਈ ਡੈਮੀ ਗੋਡ ਨਹੀਂ ਹੁੰਦਾ। ਹੁੰਦਾ ਕੀ ਆ, ਉਹਦੇ ਆਲੇ ਦੁਆਲੇ ਇੱਕ ਪਾਵਰ ਕੋਰੀਡੋਰ ਬਣ ਜਾਂਦੀ ਆ। ਉਹਦੇ ਵਿੱਚ ਫਿਰ ਉਹਨੂੰ ਇਹ ਜਚਾਉਣ ਲੱਗ ਪੈਂਦੇ ਆ ਵੀ ਦੇਖੋ ਜੀ, ਨਾ ਤਾਂ ਤੁਹਾਡੇ ਵਰਗਾ ਪੈਦਾ ਹੋਇਆ ਨਾ ਪੈਦਾ ਹੋਣਾ। ਉਹਦਾ ਨੁਕਸਾਨ ਹੁੰਦਾ ਸਿਸਟਮ ਨੂੰ। ਇਹ ਬਿਊਰੋਕਰੈਟ ਵੀ ਇਹ ਕੰਮ ਕਰਦੇ ਆ ਵੀ ਤਾਂ ਕਿ ਇੱਕ ਪਾਵਰਸ ਨੂੰ ਸੈਂਟਰਲਾਈਜ਼ ਕਰ ਲਈਏ। ਜਦੋਂ ਸੈਂਟਰਲਾਈਜ਼ ਪਾਵਰ ਹੋਊਗੀ ਤੇ ਉਸ ਬੰਦੇ ਕੋਲ ਟਾਈਮ ਘੱਟ ਹੋਊਗਾ ਤੇ ਸਾਨੂੰ ਕੋਈ ਕੁਐਸਚਨ ਨਹੀਂ ਕਰੂਗਾ। ਤੇ ਵਾਈ ਨਾਟ ਡੈਮੋਕ੍ਰੇਸੀ ਦੇ ਵਿੱਚ ਇੱਕ ਟੀਮ ਹੋਵੇ? ਵਾਈ ਨਾਟ ਐਵਰੀ MLA ਇਜ਼ ਆਨਸਰੇਬਲ? ਕਿਉਂਕਿ 2 ਲੱਖ ਵੋਟਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ, ਮਿਨਿਸਟਰਸ ਹੁੰਦੇ ਆ। ਹੁਣ ਸਾਡੀ ਇਸ 111 ਦਿਨਾਂ ਦੀ ਕੈਬਨਿਟ ਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਹੋਈਆਂ ਜਿਹਦੇ ਬੇਸਿਕਲੀ ਮੈਮੋਰੰਡਮ ਆਏ ਸੀ, ਲੇਕਿਨ ਉਹ ਪਾਸ ਨਹੀਂ ਹੋਏ। ਉਹ ਇਸ ਕਰਕੇ ਨਹੀਂ ਹੋਏ ਵੀ ਇੰਟਰਨਲੀ ਡੈਮੋਕ੍ਰੇਸੀ। ਪਾਵਰ ਕੋਰੀਡੋਰ ਨਵਜੋਤ ਸਿੰਘ ਸਿੱਧੂ ਦੇ ਆਸ-ਪਾਸ ਵੀ ਲੱਗਦਾ ਬਣਦਾ ਨਜ਼ਰ ਆ ਰਿਹਾ। ਮੈਂ ਚੀਫ ਮਿਨਿਸਟਰ ਦੀ ਗੱਲ ਕਰਦਾ, ਮੈਂ ਉਸ ਮਾਡਲ ਦੀ ਗੱਲ ਕਰਦਾ ਜਿਹੜੀ ਮਾਡਲ ਦਾ ਤੁਸੀਂ ਪਹਿਲਾਂ ਮੈਨੂੰ ਕੁਐਸਚਨ ਕੀਤਾ। ਮੈਂ ਉਸ ਮਾਡਲ ਦੀ ਗੱਲ ਕਰਦਾ। ਮੈਂ ਉਸ ਮਾਡਲ ਦੇ ਬਹੁਤਾ ਫੇਵਰ 'ਚ ਨਹੀਂ ਹੈਗਾ। ਮੈਂ ਕਹਿੰਦਾ ਟੀਮ ਬਣਾਓ, ਟੀਮ ਬਣਾ ਕੇ ਅੱਗੇ ਤੋਰੋ ਪੰਜਾਬ ਨੂੰ। ਤਾਂ ਹੈ ਇਸ ਵੇਲੇ ਕਾਂਗਰਸੀ ਇਹ ਕਹਿੰਦੇ ਨਜ਼ਰ ਆ ਰਹੇ ਨੇ, ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਜਾ ਰਹੀ ਹੈ ਕਿ ਇਹ ਟੀਮ ਨਜ਼ਰ ਨਹੀਂ ਆ ਰਹੀ। ਸਿੱਧੂ ਰਾਹ ਲੱਗਦੇ ਹੈਗੇ ਨੇ, ਚੰਨੀ ਰਾਹ ਲੱਗਦੇ ਉੱਤੇ ਹੈਗੇ ਨੇ, MLA ਟੁੱਟੀ ਜਾਂਦੇ ਨੇ। ਇਹ ਟੀਮ ਕਿਵੇਂ ਬਣੂਗੀ ਫਿਰ ਪ੍ਰਗਟ ਜੀ? MLA ਕਿਹੜੇ ਟੁੱਟੀ ਜਾਂਦੇ ਆ? MLA ਤੁਹਾਡੇ ਰਾਣਾ ਸੋਢੀ ਚਲੇ ਗਏ, ਫਤਿਹ ਜੰਗ ਬਾਜਵਾ ਦੀ ਅਜੇ ਹੋਰ ਵੀ ਕਹਿੰਦੇ ਲਿਸਟ ਜਾਰੀ ਹੈਗੀ। ਤੁਹਾਨੂੰ ਦੱਸਿਆ ਵੀ ਉਹ ਤਾਂ ਵਾਸ਼ਿੰਗ ਮਸ਼ੀਨ 'ਚ ਧੋ ਹੋ ਕੇ ਗਏ ਹੈਗੇ ਆ। ਸੋ ਸਾਨੂੰ ਕੋਈ ਬਹੁਤਾ ਫਰਕ ਨਹੀਂ ਹੈ। ਚੰਗੀ ਗੱਲ ਹੋਈ ਇਹ। ਤੁਹਾਡੇ 'ਚ ਵੀ ਆਏ ਨੇ ਕਈ ਵਾਸ਼ਿੰਗ ਮਸ਼ੀਨ 'ਚ ਧੋ ਕੇ, ਤੁਸੀਂ ਵੀ ਸ਼ਾਮਲ ਕਰਾਏ ਨੇ। ਦੱਸੋ ਕਿਹੜਾ? ਰੂਬੀ ਹੋਣੀ ਆਏ ਨੇ ਆਮ ਆਦਮੀ ਪਾਰਟੀ ਤੋਂ। ਬੇਸਿਕਲੀ ਉਹ ਸੁਖਪਾਲ ਖਹਿਰਾ ਜਿਹੜੇ ਇੰਨੇ ਇਲਜ਼ਾਮ ਲਾਉਂਦੇ ਸੀਗੇ, ਇੰਨਾ ਭੰਡਦੇ ਸੀਗੇ, ਸੁਖਪਾਲ ਖਹਿਰਾ, ਪਿਲਮਰ ਖਾਲਸਾ, ਜਗਦੇਵ ਕਮਾਲੂ, ਇਹ ਸਾਰੇ ਵਾਸ਼ਿੰਗ ਮਸ਼ੀਨ 'ਚ ਧੋ ਕੇ ਆਏ ਨੇ। ਉਹ ਤਾਂ ਬੇਸਿਕਲੀ ਕੈਪਟਨ ਅਮਰਿੰਦਰ, ਇਹਨਾਂ ਨੂੰ ਉਹ ਸਾਬਣ ਨਾਲ ਹੀ ਮਲਤਾ। ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੋ। ਇਹ ਵਾਸ਼ਿੰਗ ਮਸ਼ੀਨ ਉਹ ਹੈਗੀ ਆ ਜਿਹੜੀ ED ਵਾਲੀ ਆ, ਜਿਹੜੀਆਂ ਵੱਡੀਆਂ ਏਜੰਸੀਆਂ ਵਾਲੀ ਹੈਗੀ ਆ। ਇਸ ਗੱਲ ਨੂੰ ਤੁਸੀਂ ਵੀ ਸਮਝਦੇ ਆ ਗਗਨ ਜੀ, ਮੈਂ ਵੀ ਸਮਝਦਾ ਤੇ ਲੋਕੀ ਵੀ ਸਮਝਦੇ ਆ। ਅੱਛਾ ਪ੍ਰਗਟ ਜੀ, ਕੀ ਲੱਗਦਾ ਹੁਣ ਅੱਗੇ ਜੇ ਸਰਕਾਰ ਬਣਦੀ ਹੈਗੀ ਹੈ, ਪੋਰਟਫੋਲੀਓ ਇਹੀ ਚਾਹੀਦਾ ਹੈ? ਸਿੱਖਿਆ ਮੰਤਰੀ ਬਣਨਾ ਚਾਹੁੰਦੇ ਹੋ? ਕਿਉਂਕਿ ਸਿੱਖਿਆ ਮੰਤਰੀ ਦੇ ਉੱਤੇ ਹੀ ਬਹੁਤ ਸਵਾਲ ਖੜੇ ਹੁੰਦੇ ਨੇ, ਔਰ ਇਹ ਕੰਡਿਆਂ ਦਾ ਤਾਜ ਕਹਿੰਦੇ ਜਿਹਦੇ ਵੀ ਸਿਰ ਦੇ ਉੱਤੇ ਆਇਆ ਉਹਨੇ ਸਮੱਸਿਆ ਹੀ ਪਾਈ ਹੈਗੀ। ਦੇਖੋ, ਮੈਂ ਇੱਕ ਗੱਲ ਸਮਝਦਾ, ਜੇ ਅਸੀਂ ਐਜੂਕੇਸ਼ਨ ਸਿਸਟਮ ਨੂੰ ਨਾ ਠੀਕ ਕਰ ਸਕੇ, ਫਿਰ ਚਾਹੇ ਅਸੀਂ ਜਿੰਨੇ ਮਰਜ਼ੀ ਪੁਲ ਬਣਾ ਲਈਏ, ਜਿੰਨੀ ਮਰਜ਼ੀ ਸੜਕਾਂ ਬਣਾ ਲਈਏ, ਮੈਨੂੰ ਲੱਗਦਾ ਉਹ ਬੇਮਾਇਨਾ ਹੈਗੀਆਂ। ਸਾਨੂੰ ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ, ਇਹਦੇ ਤੇ ਵਰਦਰ ਇਨਵੈਸਟਮੈਂਟ ਕਰਨ ਦੀ ਜ਼ਰੂਰਤ ਹੈ। ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਬੇਸਿਕਲੀ ਚੰਗੇ ਪਾਸੇ ਨੂੰ ਤੋਰਨ ਦੀ ਜ਼ਰੂਰਤ ਹੈਗੀ ਆ। ਜਿਹੜਾ ਹਿਊਮਨ ਰਿਸੋਰਸਿਸ ਹੈਗਾ ਉਹਨੂੰ ਇੱਕ ਵਧੀਆ ਹਿਊਮਨ ਰਿਸੋਰਸ ਬਣਾਉਣ ਦੀ ਜ਼ਰੂਰਤ ਹੈ। ਦੁਨੀਆ ਦੇ ਉੱਤੇ ਵੀ ਇਹ ਹੋਇਆ, ਮੈਂ ਕੋਈ ਅਲੱਗ ਨਹੀਂ ਗੱਲ ਕਰਦਾ। ਪਰ ਇਹ ਜਿਹੜੀ ਪ੍ਰੋਬਲਮ ਹੈਗੀ ਆ, ਇਹ ਸਾਲਕ ਦੇ ਵਿੱਚ ਸੋਲਵ ਹੋ ਸਕਦੀ ਆ ਪ੍ਰੋਬਲਮ। ਕੋਈ ਇਹੋ ਜਿਹੀ ਪ੍ਰੋਬਲਮ ਨਹੀਂ। ਮੈਂ ਇਹ ਚੈਲੰਜਸ ਹਮੇਸ਼ਾ ਐਕਸੈਪਟ ਕਰਦਾ ਹੁੰਦਾ। ਮੈਂ ਤਾਂ ਹੀ ਇਸੇ ਕਰਕੇ ਮੈਂ ਕਮਾ ਲਿਆ। ਫਿਰ ਵੀ ਮੈਨੂੰ ਜੇ ਚਾਂਸ ਮਿਲਿਆ ਮੈਂ ਫਿਰ ਵੀ ਫਿਰ ਲੈਣ ਨੂੰ ਤਿਆਰ ਹੈਗੀ। ਡੈਫੀਨੇਟਲੀ। ਕਿਉਂ? 11 ਦਿਨਾਂ 'ਚ ਕੀ ਅਸੈਸ ਕੀਤਾ? ਔਰ ਇੱਕ ਚੀਜ਼ ਇਹ ਵੀ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਕਿਉਂਕਿ ਆਪਣੇ ਜਿਸ ਤਰੀਕੇ ਦੇ ਨਾਲ ਇੱਥੇ ਸਿਆਸਤ ਚੱਲ ਰਹੀ ਆ, ਹਰ ਕੋਈ ਕਹਿ ਰਿਹਾ ਅਸੀਂ ਫ੍ਰੀ ਦੇ ਦਾਂਗੇ, ਮੁਫਤ ਦੇ ਦਾਂਗੇ। ਕੋਈ ਵੀ ਨੌਜਵਾਨਾਂ ਦੇ ਬਾਰੇ ਨਹੀਂ ਸੋਚ ਰਿਹਾ ਕਿ ਉਹਨਾਂ ਨੂੰ ਪੈਰਾਂ ਦੇ ਉੱਤੇ ਖੜਾ ਕਿਵੇਂ ਕਰਨਾ ਹੈ। ਸੁਖਬੀਰ ਬਾਦਲ ਕਹਿੰਦੇ 10 ਲੱਖ ਦਾ ਲੋਨ ਦੇਵਾਂਗਾ ਤਾਂ ਕਿ ਨੌਜਵਾਨ ਬਾਹਰ ਵਿਦੇਸ਼ ਜਾ ਸਕਣ। ਚੰਨੀ ਹੋਣੀ ਐਲਾਨ ਕਰਿਆ, ਕਹਿੰਦੇ ਅਸੀਂ IELTS ਦੀ ਕੋਚਿੰਗ ਫ੍ਰੀ ਦੇ ਦਾਂਗੇ। ਬ੍ਰੇਨ ਡਰੇਨ ਤਾਂ ਅੱਗੇ ਹੀ ਹੋਈ ਜਾ ਰਿਹਾ ਹੈ। ਲੋਕਾਂ ਨੂੰ ਉਰੇ ਕਿਵੇਂ ਰੱਖਣਾ ਹੈ, ਵਿਦਿਆਰਥੀਆਂ ਨੂੰ ਉਰੇ ਕਿਵੇਂ ਰੱਖਣਾ ਹੈ, ਇਹਦੇ ਬਾਰੇ ਕੋਈ ਨਹੀਂ ਸੋਚ ਰਿਹਾ। ਤੁਸੀਂ ਕੁਝ ਸੋਚਿਆ ਕਿ ਇਹ ਚੀਜ਼ ਮੈਂ ਮੈਨੀਫੈਸਟੋ ਦੇ ਵਿੱਚ ਪਾਊਂਗਾ? ਮੈਂ ਡੈਫੀਨੇਟਲੀ, ਕਿਉਂਕਿ ਜਿੰਨੀ ਮੇਰੀ ਸਮਝ ਆਈ ਆ, ਮੈਂ ਪਿਛਲੇ ਤਿੰਨਾਂ ਮਹੀਨਿਆਂ ਦੇ ਵਿੱਚ
ਜਿਹੜੀਆਂ ਖਾਸ ਕਰਕੇ ਇਹਦੀਆਂ ਕਮੇਟੀਆਂ ਬਣਾਈਆਂ ਹੈਗੀਆਂ, ਐਜੂਕੇਸ਼ਨਿਸਟ ਨੂੰ ਇਕੱਠਾ ਕੀਤਾ, ਵਾਈਸ ਚਾਂਸਲਰਸ ਨੂੰ ਇਕੱਠਾ ਕੀਤਾ, ਮੈਂ ਉਹਦੇ ਵਿੱਚ ਇੰਡਸਟਰੀਲਿਸਟ ਨੂੰ ਇਕੱਠਾ ਕੀਤਾ, ਕਿਉਂਕਿ ਇੰਡਸਟਰੀਲਿਸਟ ਕਹਿੰਦਾ ਮੇਰੇ ਕੋਲ ਬੱਚਾ ਹੈ ਨਹੀਂ ਜਿਹੜਾ ਮੇਰੀ ਇੰਡਸਟਰੀ ਨੂੰ ਅੱਗੇ ਲੈ ਕੇ ਤੁਰ ਸਕੇ, ਬੱਚਾ ਕਹਿੰਦਾ ਮੇਰੇ ਕੋਲ ਜੌਬ ਹੈ ਨਹੀਂ। ਇਹਦਾ ਮਤਲਬ ਸਾਨੂੰ ਉਹੋ ਜਿਹੇ ਕੋਰਸਿਸ ਡਿਜ਼ਾਈਨ ਕਰਨ ਦੀ ਜ਼ਰੂਰਤ ਹੈਗੀ ਆ ਜਿਹਦੇ ਨਾਲ ਉਹਦੀ ਇੰਪਲੋਏਬਿਲਿਟੀ ਵੱਧ ਜਾਵੇ। ਚਾਈਨਾ ਨੇ ਅੱਜ ਤੋਂ 30-35 ਸਾਲ ਪਹਿਲਾਂ ਕੀਤਾ, ਸਾਨੂੰ ਅੱਜ ਕਰਨ ਦੀ ਜ਼ਰੂਰਤ ਹੈਗੀ ਆ। ਸਾਨੂੰ ਉਹੋ ਜਿਹੀ ਐਜੂਕੇਸ਼ਨ ਸਿਸਟਮ ਨੂੰ ਸੈਟਅਪ ਕਰਨ ਦੀ ਜ਼ਰੂਰਤ ਆ, ਬਦਲਾਅ ਕਰਨ ਦੀ ਜ਼ਰੂਰਤ ਆ ਜਿਹਦੇ ਨਾਲ ਬੱਚੇ ਦੀ ਇੰਪਲੋਏਬਿਲਿਟੀ ਵਧੇ। ਗਗਨ ਜੀ, ਪਿਛਲੇ 25 ਸਾਲਾਂ 'ਚ ਉਨੇ ਬਦਲਾਅ ਆਏ ਆ ਜਿੰਨੇ ਪਿਛਲੇ 500 ਸਾਲ 'ਚ ਨਹੀਂ ਆਏ। ਸੋ ਜੇ ਸਮੇਂ ਦੇ ਹਾਣੀ ਨਹੀਂ ਬਣਾਂਗੇ ਤਾਂ ਅਸੀਂ ਪਿੱਛੇ ਰਹਿ ਜਾਾਂਗੇ। ਇਸੇ ਕਰਕੇ ਇਹ ਮੈਂ ਮਹਿਕਮਾ ਲਿਆ। ਉਹਦੇ ਵਿੱਚ ਸਮੱਸਿਆਵਾਂ ਹੈਗੀਆਂ, ਮੈਂ ਸਮੱਸਿਆਵਾਂ ਨੂੰ ਉਹ ਚੈਲੰਜ ਮੰਨਦਾ ਆ ਜਿਹੜਾ ਚੈਲੰਜ ਕਿਤੇ ਨਾ ਕਿਤੇ ਉਹਨੂੰ ਠੀਕ ਕੀਤਾ ਜਾ ਸਕਦਾ ਆ, ਉਹਨੂੰ ਉਹਦੇ 'ਤੇ ਗਾਂਹ ਵਧਿਆ ਜਾ ਸਕਦਾ। ਕਿਉਂਕਿ ਜੇ ਇਹਦਾ ਮਤਲਬ ਜੇ ਉੱਥੇ ਚੈਲੰਜ ਹੈ ਨਹੀਂ, ਜੇ ਕੰਡੇ ਹੈ ਨਹੀਂ, ਤਾਂ ਉਹਦੇ 'ਚੋਂ ਫੁੱਲ ਵੀ ਨਹੀਂ ਨਿਕਲਣੇ। ਸੋ ਇਸ ਕਰਕੇ ਮੈਂ ਇਸ ਗੱਲ ਨੂੰ ਪੂਰੀ ਦ੍ਰਿੜਤਾ ਨਾਲ, ਪੂਰੀ ਸ਼ਿੱਦਤ ਦੇ ਨਾਲ ਮੈਂ ਤਾਂ ਇਹਨੂੰ 3 ਮਹੀਨਿਆਂ 'ਚ ਸੋਚਿਆ ਵੀ ਆ, ਸਮਝਿਆ ਵੀ ਆ, ਇਹਨੂੰ ਉਸ ਲਾਈਨ 'ਤੇ ਤੋਰਿਆ ਵੀ ਆ, ਅਤੇ ਆਉਣ ਵਾਲੇ ਸਮੇਂ 'ਚ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਇਹਨੂੰ ਠੀਕ ਪਾਸੇ ਨੂੰ ਹੋਰ ਕੀਤਾ ਜਾਵੇ। ਕੀ ਲੱਗਦਾ ਇਸ ਵਾਰੀ ਕਿਹੜੇ ਮੁੱਦਿਆਂ ਦੇ ਨਾਲ ਚੋਣ ਲੜੀ ਜਾਊਗੀ? ਕਿਉਂਕਿ ਜਿਸ ਤਰੀਕੇ ਨਾਲ 5 ਸਾਲ ਦਾ ਕਾਰਜਕਾਲ ਰਿਹਾ, ਇੱਦਾਂ ਜਾਪਦਾ ਕਿ ਹੁਣ ਜਿੰਨੇ ਵੀ ਕਾਂਗਰਸੀ ਨੇ ਉਹ 111 ਦਿਨ ਦੇ ਕਾਰਜਕਾਲ ਨੂੰ ਹੀ ਜ਼ਿਆਦਾ ਉਭਾਰਦੇ ਹੋਏ ਨਜ਼ਰ ਆ ਰਹੇ ਨੇ, ਕਿ ਉਹ ਜਿਹੜਾ ਪਹਿਲਾਂ ਦਾ ਟੈਨਿਓਰ ਸੀਗਾ ਉਹ ਲੱਗਦਾ ਕਿ ਸਾਰਾ ਵੇਸਟ ਗਿਆ। ਫਿਰ ਨਹੀਂ, ਦੇਖੋ ਸਾਡੀ ਹੁਣ ਐਜੂਕੇਸ਼ਨ ਆ, ਮੈਂ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਦੇ ਵਿੱਚ ਕ੍ਰੈਡਿਟ ਦਿੰਦਾ ਹੈਗਾ, ਕਿਉਂਕਿ ਅਸੀਂ 23ਵੇਂ ਸੀਗੇ, ਅਸੀਂ ਪਹਿਲੇ ਨੰਬਰ 'ਤੇ ਆਏ ਹਾਂ। ਉਹ ਪਿਛਲੇ 4-4.5 ਸਾਲਾਂ 'ਚ ਹੋਇਆ ਹੈਗਾ। ਮੈਂ ਨਹੀਂ ਕਹਿੰਦਾ, ਮੰਨ ਲਓ ਸਪੋਜ਼ ਐਜੂਕੇਸ਼ਨ ਦੇ ਵਿੱਚ ਜਿਹੜੇ ਸਾਡੇ ਸੀ ਸੁਲਤਾਨਪੁਰ ਤੋਂ ਮਿਨਿਸਟਰ ਰਹੇ ਹੈਗੇ ਬੀਬੀ ਉਪਿੰਦਰਜੀਤ ਕੌਰ, ਉਹਨਾਂ ਨੇ ਕੰਮ ਕੀਤਾ ਸੀ। ਸਵਾਲ ਖੜੇ ਕਰਦੀ ਆ ਕਿ ਛਾਪੇ ਮਾਰਦੀ ਹੈ, ਕਹਿੰਦੇ ਆਹ ਹਾਲ ਹੈ ਸਕੂਲਾਂ ਦਾ, ਡਿਸਪੈਂਸਰੀਆਂ ਦਾ ਇਹ ਹੈ, ਕਹਿੰਦੇ ਅਸੀਂ ਆਵਾਂਗੇ ਤਾਂ ਅਸੀਂ ਦਿੱਲੀ ਮਾਡਲ ਲੈ ਕੇ ਆਵਾਂਗੇ। ਦਿੱਲੀ ਮਾਡਲ ਉਹਨਾਂ ਦਾ ਹੈ ਕੀ ਆ? ਉਹਨੇ ਬੇਸਿਕਲੀ ਲੀਕਰ ਕਾਰਪੋਰੇਸ਼ਨ ਬਣੀ ਸੀ, ਉਹਨੇ ਤੋੜ ਦਿੱਤੀ। ਉਹਨਾਂ ਕੋਲ 1000 ਸਕੂਲ ਹੈ ਗਗਨ ਜੀ, ਸਾਡੇ ਕੋਲ 20,000 ਸਕੂਲ ਹੈ। 20,000 ਸਕੂਲ ਦੀ ਸਾਡੀ ਪੰਜਾਬ ਦੀ ਬਾਰਡਰ ਸਟੇਟ ਹੈ, ਸਾਡੀਆਂ ਹੋਰ ਕਈ ਅਦਰ ਪ੍ਰੋਬਲਮਸ ਹੈ। ਇਨ ਸਪਾਈਟ ਆਫ ਆਲ ਦੀਜ਼ ਥਿੰਗਸ ਉਹ 6ਵੇਂ ਆ, ਅਸੀਂ ਪਹਿਲੇ ਆ ਪੀਜੀ ਇੰਡੈਕਸ ਦੇ ਵਿੱਚ। ਅਤੇ ਫਿਰ ਉਹ ਕਿੱਦਾਂ ਇਹ ਕਿਹੜੇ ਮਾਡਲ ਦੀ ਗੱਲ ਕਰਦੇ ਆ? ਫਿਰ ਦੂਸਰਾ ਉਹਨਾਂ ਦਾ ਹੈਲਥ ਮਾਡਲ ਜਿਹੜਾ ਆ, ਮੁਹੱਲਾ ਕਲੀਨਿਕ ਸੀ। ਮੇਰਾ ਖਿਆਲ ਹੈ ਵੀ ਜਦੋਂ ਕੋਵਿਡ ਸੀ ਉਦੋਂ ਜਲੰਧਰ ਦੇ ਵਿੱਚ ਹੀ ਮੇਰਾ ਖਿਆਲ 100-150 ਫੋਨ ਤਾਂ ਮੈਨੂੰ ਆਏ ਹੁਣ ਵੀ ਸਾਨੂੰ ਬੈੱਡ ਚਾਹੀਦਾ ਅਤੇ ਸਾਨੂੰ ਆਕਸੀਜਨ ਚਾਹੀਦੀ। ਉਦੋਂ ਉਹਨਾਂ ਦਾ ਦਿੱਲੀ ਮਾਡਲ ਕਿੱਥੇ ਗਿਆ ਸੀਗਾ? ਅੱਛਾ, ਕੱਲ੍ਹ ਨੂੰ ਕਹਿਣਗੇ ਜੀ ਦਿੱਲੀ ਦੇ ਵਿੱਚ ਸਾਡੇ ਨਾਲ ਪੁਲਾਂ ਨਾਲ ਕੰਪੇਅਰ ਕਰ ਲਓ। ਵੀ ਦਿੱਲੀ ਦੇ ਪੁਲ ਦਾ ਬੇਸਿਕਲੀ ਸ਼ੀਲਾ ਦੀਕਸ਼ਿਤ ਜੀ ਨੇ ਜਦੋਂ ਕਾਮਨਵੈਲਥ ਗੇਮਾਂ ਹੋਈਆਂ ਸੀ ਉਦੋਂ ਬਣਾਏ ਸੀਗੇ। ਸੋ ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਵੀ ਅਸੀਂ ਜੀ ਮਾਡਲ ਦੇਵਾਂਗੇ। ਮਾਡਲ ਤਾਂ ਉਹਨਾਂ ਦਾ ਇਹ ਆ ਵੀ ਉਹਨਾਂ ਦੇ 4 MP ਪੰਜਾਬ ਨੇ ਇਮੋਸ਼ਨਲ ਰੇਸ ਆ, 4 MP ਜਿਤਾ ਕੇ ਭੇਜੇ, ਉਹਨਾਂ ਤੋਂ 3 ਭੱਜ ਗਏ। ਉਹਨਾਂ ਦੀ ਪਾਰਟੀ ਦੇ ਵਿੱਚ ਜਿੰਨੇ ਪਹਿਲਾਂ ਸਟਾਲਵਰਟ ਆਏ ਸੀ ਉਹਨਾਂ ਦੇ ਨਾਲ ਕੋਈ ਨਹੀਂ ਰਿਹਾ। 19 MLA ਆਏ ਸੀ, ਵਿੱਚੋਂ 9 ਭੱਜ ਗਏ। ਬਈ ਕਿਸੇ ਨੂੰ ਕੋਈ ਪੰਜਾਬ ਦਾ ਹੀ ਜਿਹੜਾ ਕ੍ਰੈਡੀਬਲ ਫੇਸ ਆ, ਗਾਂਧੀ ਜੀ ਕ੍ਰੈਡੀਬਲ ਫੇਸ ਹੈਗੇ ਆ, ਤੁਸੀਂ ਦੱਸ ਦਿਓ। ਖਾਲਸਾ ਜੀ ਹੈਗੇ ਆ, 3 MP ਭੱਜ ਗਏ। ਜਿਸ ਪਾਰਟੀ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ MP ਨਾ ਮਿਲਿਆ ਹੋਵੇ ਤੇ ਪੰਜਾਬ ਨੇ 4 ਦਿੱਤੇ ਹੋਣ, ਕੋਈ ਰੀਜ਼ਨ ਤਾਂ ਹੋਊਗਾ ਕਿ ਨਹੀਂ ਹੋਊਗਾ? ਫੂਲਕਾ ਜੀ ਕੋਈ ਚੰਗੇ ਬੰਦਿਆਂ 'ਚੋਂ ਸੀ ਕਿ ਨਹੀਂ ਸੀਗੇ ਕਿ ਨਹੀਂ? ਤੁਸੀਂ ਦੱਸ ਦਿਓ ਹੈ। ਤੇ ਫਿਰ ਕਿੱਥੇ ਆ ਉਹ ਕਿਉਂ ਨਹੀਂ ਰਹੇ? ਕਿਉਂਕਿ ਅਲਟੀਮੇਟਲੀ ਇਹਨਾਂ ਦਾ ਮਾਡਲ ਹੀ ਕੋਈ ਨਹੀਂ। ਇਹਨਾਂ ਦਾ ਮਾਡਲ ਤਾਂ ਬੇਸਿਕਲੀ ਲੁਟੇਰਾ ਮਾਡਲ ਆ। ਆ ਜਿਹੜੇ ਹੁਣ ਜਲੰਧਰ 'ਚ ਆ ਦਿੱਤੇ ਹੈਗੇ ਆ ਕੈਂਡੀਡੇਟ, ਤੁਸੀਂ ਵੀ ਇਹਨਾਂ ਬਾਰੇ ਪੜ੍ਹਿਆ ਸੁਣਿਆ ਹੋਣਾ। ਜਿਸ ਬੰਦੇ ਤੇ 5 ਪਰਚੇ ਆ, ਫਿਰ ਇਹ ਕਿਹੜੀ ਨਵੀਂ ਰਾਜਨੀਤੀ ਦੇਣ ਲੱਗੇ ਆ? ਤੁਹਾਡੇ ਅਗੇਂਸਟ ਹੈਗੇ ਨੇ ਉਹ ਤਾਂ ਓਲੰਪੀਅਨ ਹੈਗੇ ਨੇ। ਉਹ ਓਲੰਪੀਅਨ ਹੈਗੇ ਆ, ਪਰ ਥੋੜੇ ਦਿਨਾਂ 'ਤੇ ਹੀ ਪਤਾ ਲੱਗ ਜੂਗਾ। ਕਰ ਲੈਣਗੇ ਉਹ। ਲੋਕੀ ਤਾਂ ਅੰਡਰਵੀਅਰ ਦਾ ਰੰਗ ਤੱਕ ਦੱਸ ਦਿੰਦੇ ਆ ਪੋਲੀਟੀਸ਼ੀਅਨ ਦਾ। ਠੀਕ ਹੈ ਨਾ? ਇਹ ਇੰਨਾ ਸੌਖਾ ਕੰਮ ਨਹੀਂ ਗਗਨ ਜੀ ਜਿੰਨਾ ਲੋਕੀ ਕਈ ਵਾਰੀ ਸਮਝਣ ਲੱਗ ਪੈਂਦੇ ਆ। ਕਿਉਂਕਿ ਉਹਨਾਂ ਦੀ ਟਨਿਓਰ ਜਿਹੜੀ ਪੁਲਿਸ ਵਾਲੀ ਆ, ਕਿਤੇ ਤੁਸੀਂ ਵੀ ਕਿਤੇ ਮਾੜੀ ਮੋਟੀ ਝਾਤੀ ਮਾਰ ਕੇ ਦੇਖਿਓ, ਕਿਤੇ ਰਿਸਰਚ ਕਰ ਲਿਓ। ਮੈਨੂੰ ਲੱਗਦਾ ਤੁਹਾਨੂੰ ਇਹ ਦੱਸਦਾ ਹੋਣਾ ਸਵੇਰੇ। ਨਹੀਂ, ਮੈਂ ਕਾਹਨੂੰ ਦੱਸਣਾ ਹੈਗਾ? ਇਹ ਤਾਂ ਲੋਕਾਂ ਨੇ ਦੱਸਣਾ ਹੁੰਦਾ। ਅਸੀਂ ਜੋ ਮਰਜ਼ੀ ਕਹੀ ਜਾਈਏ, ਇਹ ਤਾਂ ਲੋਕਾਂ ਨੇ ਦੱਸਣਾ ਹੁੰਦਾ, ਲੋਕਾਂ ਨੇ ਫਤਵਾ ਦੇਣਾ ਹੁੰਦਾ, ਲੋਕਾਂ ਦੀ ਕਚਹਿਰੀ 'ਚ ਜਾਣਾ ਹੁੰਦਾ। ਇਹ ਤਾਂ ਲੋਕਾਂ ਨੇ ਦੱਸਣਾ ਵੀ ਭਾਈ ਤੁਹਾਡਾ। ਮੈਂ ਜਦੋਂ ਆ ਰਿਹਾ ਸੀ ਮੈਂ ਕਿਹਾ ਚਲੋ ਲੋਕਾਂ ਨਾਲ ਵੀ ਗੱਲ ਕਰ ਲਈਏ। ਚਾਹ ਪੀਣ ਲੱਗ ਗਿਆ ਮੈਂ, ਚਰਚਾ ਜੀ ਚੱਲ ਰਹੀ ਸੀ ਉੱਥੇ, ਤੇ ਮੈਂ ਕਿਹਾ ਕਿਵੇਂ ਇੱਥੇ ਹੈਗਾ? ਕਹਿੰਦੇ ਪੈਸਾ ਬਹੁਤ ਅੰਦਰ ਕਰ ਲਿਆ। ਕਿੰਨਾ ਕੁ ਪੈਸਾ ਮੈਂ ਨਜ਼ਰ ਨਹੀਂ ਆਇਆ ਵੈਸੇ, ਕਿੱਥੇ ਲਾਇਆ ਹੈਗਾ, ਕਿੰਨਾ ਪੈਸਾ ਅੰਦਰ ਪ੍ਰਗਟ ਸਿੰਘ ਉਹਨਾਂ ਨੇ ਕਰ ਲਿਆ? ਯਾਰ ਇਹ ਤਾਂ ਦੇਖੋ, ਜਿਹੜੀ ਮੇਰੀ ਲੜਾਈ ਆ ਨਾ, ਮੇਰੀ ਲੜਾਈ ਜਿਸ ਲੈਵਲ 'ਤੇ ਹੈਗੀ ਆ, ਤੁਹਾਨੂੰ ਲੱਗਦਾ ਕਿ ਜੇ ਮੈਂ ਸਾਫ਼ ਸੁਥਰਾ ਨਾ ਹੋਵਾਂ ਤਾਂ ਮੈਨੂੰ ਲੋਕੀ ਛੱਡਣਗੇ?
ਇਹ ਲੋਕੀ ਛੱਡਣਗੇ ਕਿਤੇ ਤੁਹਾਨੂੰ। ਸੋ ਇਸ ਕਰਕੇ ਇਹ ਲੋਕਾਂ ਇਹ ਜਿਹੜੀਆਂ ਸ਼ੁਰਲੀਆਂ ਜੀਆਂ ਛੱਡਦੇ ਆ ਜਿਹੜਾ, ਕਿਉਂਕਿ ਮੈਂ ਤਾਂ 10 ਸਾਲ ਪਬਲਿਕ ਲਾਈਫ 'ਚ ਰਹਿ ਲਿਆ, ਵੈਸੇ ਤਾਂ ਉਦੋਂ ਪਹਿਲਾਂ ਵੀ ਮੈਂ ਪਬਲਿਕ ਲਾਈਫ 'ਚ ਸੀ, ਮੈਂ 10 ਸਾਲ ਪਬਲਿਕ ਲਾਈਫ 'ਚ ਰਹਿ ਲਿਆ, ਤੇ ਜੇ ਹਜੇ ਤੱਕ ਕਿਤੇ ਛਿੱਟਾ ਛੁੱਟਾ ਨਹੀਂ ਪਿਆ ਤੇ ਇਸੇ ਕਰਕੇ ਤੁਰੇ ਫਿਰਦੇ ਆ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ, ਇਸੇ ਕਰਕੇ ਸੁਖਬੀਰ ਸਿੰਘ ਬਾਦਲ ਨਾਲ ਲੜਾਈ, ਇਸੇ ਕਰਕੇ ਸੁਖਬੀਰ ਬਾਦਲ ਨੇ ਇੱਥੇ ਪੋਸਟਰ ਵੀ ਲਵਾਏ ਹੋਏ ਨੇ, ਕਹਿੰਦੇ ਸੁਖਬੀਰ ਕਰੇਗਾ ਵਿਕਾਸ, ਮਤਲਬ ਪ੍ਰਗਟ ਉਹਨਾਂ ਦਾ ਵਿਕਾਸ ਲੋਕਾਂ ਨੂੰ ਕੀ ਪਸੰਦ ਨਹੀਂ ਆ ਰਿਹਾ ਜੋ ਸੁਖਬੀਰ ਇੰਨੇ ਹੋਰਡਿੰਗ ਲਾ ਕੇ ਕਿਤੇ। ਬੇਸਿਕਲੀ ਹੋਰਡਿੰਗ ਲੱਗੇ ਆ, ਉਹ ਤਾਂ ਬੇਸਿਕਲੀ ਦੇਖੋ ਸੁਖਬੀਰ ਦਾ ਵਿਕਾਸ ਦਾ ਮਾਡਲ ਤਾਂ ਸਭ ਨੂੰ ਪਤਾ ਹੀ ਆ, ਫਿਰ ਤਾਂ ਹੀ ਤਾਂ ਉਹ ਤੀਜੀ ਪਾਰਟੀ ਬਣ ਗਏ ਨਾ, ਦੂਜੀ ਵੀ ਨਹੀਂ ਰਹੇ ਪੰਜਾਬ 'ਚ। ਸੋ ਇਸ ਕਰਕੇ ਇਹ ਤਾਂ ਯਾਰ ਤੁਹਾਡਾ ਕਹਿਣਾ, ਲੋਕਾਂ ਦਾ ਕਹਿਣਾ, ਉਹ ਅਲਟੀਮੇਟਲੀ ਐਂਡ ਆਫ ਦਾ ਡੇ ਐਗਜ਼ੀਕਿਊਟ ਹੁੰਦਾ, ਜਿਹੜਾ ਲੀਡਰ ਕਹਿੰਦਾ ਉਹਦਾ ਐਗਜ਼ੀਕਿਊਟ ਨਹੀਂ ਹੁੰਦਾ। 5 ਸਾਲ ਬੀਤ ਗਏ, ਬੇਅਦਬੀ ਦਾ ਇਨਸਾਫ ਲੋਕਾਂ ਨੂੰ ਫਿਰ ਵੀ ਨਹੀਂ ਮਿਲਿਆ। ਨਹੀਂ ਦੇਖੋ, ਜੋ ਇਹਨਾਂ 111 ਦਿਨਾਂ 'ਚ ਹੋ ਸਕਦਾ ਸੀਗਾ, ਕਿਉਂਕਿ ਅਰੈਸਟ ਹੋਈਆਂ ਹੈਗੀਆਂ, ਇਨਵੈਸਟੀਗੇਸ਼ਨ ਹੋਈ ਹੈਗੀ ਆ, ਚਲਾਨ 2 ਕੋਰਟ ਹੋਏ ਹੈਗੇ ਆ, ਉਹ ਇਹਨਾਂ 111 ਦਿਨਾਂ 'ਚ ਹੀ ਹੋਏ ਆ ਨਾ। ਪਹਿਲਾਂ ਤਾਂ ਆਲਮੋਸਟ ਡੈੱਡ ਹੋ ਗਿਆ ਸੀਗਾ। ਸੋ ਮਜੀਠੀਆ ਤੇ ਵੀ ਕੋਈ ਕਾਰਵਾਈ ਨਹੀਂ ਹੋਈ, ਮਜੀਠੀਆ ਉਹਨਾਂ ਦੇ ਉੱਤੇ ਪਰਚਾ ਵੀ ਹੋ ਗਿਆ, ਪਰ ਫੜ ਕਿਉਂ ਨਹੀਂ ਪਾਏ? ਉਹ ਸਿੱਧੇ ਗੱਲ ਕਹਿੰਦੇ ਨਜ਼ਰ ਆਇਆ, ਕਹਿੰਦੇ ਰਾਹੂ ਕੇਤੂ ਨੂੰ ਪਤਾ ਸੀ, ਕਾਂਗਰਸੀਆਂ ਨੂੰ ਪਤਾ ਸੀ, ਕਹਿੰਦੇ ਮੈਂ ਕਿੱਥੇ ਸੀਗਾ, ਕਹਿੰਦੇ ਤਾਂ ਵੀ ਨਹੀਂ ਫੜ ਪਾਏ। ਉਹ ਤਾਂ ਹੋਮ ਮਿਨਿਸਟਰ ਦੇਖੋ ਦੱਸ ਸਕਦੇ ਆ, ਜਾਂ ਸਾਡੇ ਚੀਫ ਮਿਨਿਸਟਰ ਦੱਸ ਸਕਦੇ ਆ, ਕਿਉਂਕਿ ਅਲਟੀਮੇਟਲੀ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕੈਬਨਿਟ ਦਾ ਹਿੱਸਾ ਹੈਗੀ ਹੂੰ। ਡੈਫੀਨੇਟਲੀ ਮੈਂ ਹੈਗਾ, ਮੈਂ ਕਦੋਂ ਕਹਿਣਾ, ਮੈਂ ਤਾਂ ਕਹਿਣਾ ਹੋਣਾ ਚਾਹੀਦਾ ਸੀਗਾ, ਲੇਕਿਨ ਐਟ ਦਾ ਸੇਮ ਲਾਪਰਵਾਹੀ ਰਹੀ ਹੈਗੀ ਹੈ ਸਰਕਾਰ ਦੀ। ਜੇ ਮੇਰੇ ਤੇ ਸਿੱਧਾ ਸਵਾਲ ਐਜੂਕੇਸ਼ਨ ਦਾ ਕਰੋਗੇ, ਮੈਂ ਹੀ ਉਹਦਾ ਜਵਾਬ ਦੇਣਾ ਨਾ। ਜੇ ਜਿਹੜੀਆਂ ਇਹ ਚੀਜ਼ਾਂ ਹੋਣਗੀਆਂ, ਜਿਹੜੇ ਮਹਿਕਮੇ ਦਾ ਹੋਊਗਾ, ਬੇਸਿਕਲੀ ਉਸ ਮਿਨਿਸਟਰ ਨੂੰ ਜਵਾਬ ਦੇ। ਲਾਪਰਵਾਹੀ ਰਹੀ ਮਜੀਠੀਆ ਨੂੰ ਜੇ ਨਹੀਂ ਫੜ ਪਾਏ, ਕਿਉਂਕਿ ਪੰਜਾਬ ਪੁਲਿਸ ਤਾਂ ਇੰਨੀ ਕੈਪੇਬਲ ਹੈਗੀ ਹੈ, ਉਹ ਤਾਂ ਉੜਦਾ ਪਰਿੰਦਾ ਪਰ ਮਾਰਦਾ ਹੋਇਆ ਫੜ ਲੈਂਦੀ ਹੈਗੀ ਹੈ। ਰੰਧਾਵਾ ਔਰ ਚੀਫ ਮਿਨਿਸਟਰ ਸਾਹਿਬ ਨੂੰ ਮੈਨੂੰ ਲੱਗਦਾ ਤੁਹਾਨੂੰ ਕੁਐਸਚਨ ਇਸ ਤੇ ਕਰਨਾ ਚਾਹੀਦਾ, ਉਹ ਬੈਟਰ ਆਨਸਰ ਦੇ ਸਕਦੇ। ਪ੍ਰਧਾਨ ਕਹਿੰਦੇ ਕਿ ਜੇ ਮੈਂ ਹੋਮ ਮਿਨਿਸਟਰ ਹੁੰਦਾ ਮੈਂ ਫੜ ਕੇ ਅੰਦਰ ਕਰ ਦਿੰਦਾ। ਚਲੋ, ਮੈਂ ਹਰ ਬੰਦੇ ਨੂੰ ਕਹਿਣ ਦਾ ਅਧਿਕਾਰ ਤਾਂ ਹੈਗਾ, ਦੈਟ ਇਜ਼ ਇੰਟਰਨਲ ਡੈਮੋਕ੍ਰੇਸੀ। ਨਸ਼ਾ ਖਤਮ ਹੋ ਗਿਆ ਪੰਜਾਬ ਦੇ ਵਿੱਚ? ਨਹੀਂ, ਨਸ਼ਾ ਬੇਸਿਕਲੀ ਦੇਖੋ, ਮੈਂ ਨਹੀਂ ਸਮਝਦਾ ਕਿ ਓਵਰਆਲ ਜਿਹੜਾ ਆ ਕਰਵ ਜ਼ਰੂਰ ਹੋਇਆ ਹੈਗਾ। ਦੇਖੋ, ਮੈਂ ਪਿੱਛੇ ਜੇ ਇੱਕ ਡੀਜੀਪੀ ਦਾ ਬਿਆਨ ਪੜ੍ਹ ਰਿਹਾ ਸੀ ਕਿ ਡਿਮਾਂਡ ਤੇ ਸਪਲਾਈ, ਜਿੱਥੇ ਡਿਮਾਂਡ ਹੈਗੀ ਆ, ਸਪਲਾਈ ਕਿਸੇ ਨਾ ਕਿਸੇ ਫਾਰਮੇਸ਼ਨ 'ਚ ਪਹੁੰਚ ਜਾਂਦੀ ਆ। ਸੋ ਇਸ ਕਰਕੇ ਇਸ ਨੂੰ ਡਿਮਾਂਡ ਨੂੰ ਘਟਾਉਣ ਲਈ ਸਾਨੂੰ ਵੱਧ ਤੋਂ ਵੱਧ ਜਿਹੜੇ ਨੇ ਯੂਥ ਆ, ਉਹਨਾਂ ਨੂੰ ਸਪੋਰਟਸ ਵੱਲ ਲਾਉਣ ਦੀ ਜ਼ਰੂਰਤ ਹੈਗੀ ਆ, ਜਿਹੜੀ ਅਸੀਂ ਲਾਇਆ ਵੀ ਔਰ ਕੋਸ਼ਿਸ਼ ਵੀ ਕੀਤੀ ਆ। ਪਰ ਇਹ ਇੱਕ ਲੌਂਗ ਟਰਮ ਪਲੈਨਿੰਗ ਦੇ ਤਹਿਤ ਹੋ ਸਕਦਾ, ਇਹ ਆਪਾਂ ਕਹੀਏ ਓਵਰਨਾਈਟ ਹੋ ਸਕਦਾ ਨਹੀਂ ਹੋ ਸਕਦਾ। ਰੁਜ਼ਗਾਰ ਮਿਲ ਗਿਆ ਨੌਜਵਾਨਾਂ ਨੂੰ ਤੁਹਾਡੇ, ਹਾਲਾਂਕਿ ਘਰ ਦੇ ਬਾਹਰ ਬਹੁਤ ਧਰਨੇ ਮੁਜ਼ਾਹਰੇ ਰਹੇ, ਟੀਚਰਾਂ ਦਾ ਕਿੰਨਾ ਕੁ ਮਸਲਾ ਹੱਲ ਕਰ ਦਿੱਤਾ? ਕੀ ਲੱਗਦਾ ਕਿੰਨਾ ਕੁ ਪੈਂਡਿੰਗ ਰਹਿ ਗਿਆ? ਟੀਚਰਾਂ ਦਾ ਦੇਖੋ, 19,000 ਪੋਸਟ ਜਿਹੜੀ ਆ ਉਹ ਲਗਭਗ ਕੋਰਟਾਂ ਦੇ ਪ੍ਰੋਸੈਸ ਦੇ ਵਿੱਚ ਪਈ ਹੋਈ ਆ, ਔਰ 12,880 ਦੀ ਨਵੀਂ ਭਰਤੀ ਮੈਂ ਜਿਹੜੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਸੋ 31,000 ਭਰਤੀ ਜੇ ਹੋ ਜਾਵੇ, ਸਾਡੇ ਲਗਭਗ 80-90% ਜਿਹੜੇ ਮਸਲੇ ਉਹ ਹੱਲ ਹੋ ਸਕਦੇ ਆ। ਬਾਕੀ ਕੁਝ ਪ੍ਰਮੋਸ਼ਨਲ ਇਸ਼ੂਜ਼ ਹੈਗੇ ਆ, ਔਰ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵੱਡੀ ਜਿਹੜਾ ਇਸ਼ੂ ਆ ਉਹ ਮੈਂ ਨਹੀਂ ਕਹਿੰਦਾ ਇਹ ਸੋਲਵ ਹੋਇਆ, ਲੇਕਿਨ ਉਧਰ ਨੂੰ ਇੱਕ ਲਾਈਨ ਤੋੜ ਦਿੱਤੀ। ਕਿਸੇ ਚੀਜ਼ ਨੂੰ ਉਧਰ ਨੂੰ ਤੋਰਨਾ ਆਪਣੇ ਆਪ ਦੇ ਵਿੱਚ ਇੱਕ ਉਪਲਬਧੀ ਹੁੰਦੀ ਆ। ਜਿਹੜੀ ਚੀਜ਼ ਕਹਿ ਲਓ ਕਿ ਇੰਨੀ ਕੁ ਨੁਕਸਾਨੀ ਗਈ ਹੋਵੇ, ਜੇ ਉਹਨੂੰ ਤੁਸੀਂ ਲਾਈਨ ਤੇ ਹੀ ਤੋੜ ਦਿਓ, ਉਹ ਵੀ ਤੁਹਾਡੀ ਉਪਲਬਧੀ ਹੁੰਦੀ ਆ। ਰੇਤਾ ਸੈਂਡ ਮਾਫੀਆ ਲੱਗਦਾ ਹੈ ਸਭ ਖਤਮ ਹੋ ਗਿਆ, ਇਸ ਦੇ ਉੱਤੇ ਨਕੇਲ ਪਾ ਦਿੱਤੀ ਗਈ ਹੈਗੀ। ਦੇਖੋ, ਰੇਟ ਅਸੀਂ ਘੱਟ ਕੀਤੇ ਆ, ਪਰ ਜੇ ਕਹੀਏ ਆਪਾਂ ਇਹਨੂੰ ਓਵਰਨਾਈਟ ਵੀ ਬਿਲਕੁਲ ਬੰਦ ਹੋ ਗਿਆ, ਨਹੀਂ। ਲੇਕਿਨ ਯੈਸ, ਅਸੀਂ ਉਹਨੂੰ 5.5 ਰੁਪਏ ਤੇ ਲੈ ਆਂਦਾ ਘਟਾ ਕੇ, ਉਹਦੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਜੇ 100% ਨਹੀਂ ਤਾਂ 70-80% ਜਿਹੜੀ ਉਹ ਜੁੱਟ ਨੂੰ ਲਾਉਣ ਦਾ ਲੱਗਦਾ ਫਾਇਦਾ ਹੋ ਗਿਆ ਤੁਹਾਨੂੰ? ਬਿਲਕੁਲ ਡੈਫੀਨੇਟਲੀ, ਕਿਉਂ ਨਹੀਂ। ਤੁਸੀਂ ਇਹ ਇਮੈਜਿਨ ਕਰਕੇ ਦੇਖੋ ਵੀ ਜੇ ਉਹ ਹੁੰਦਾ ਤਾਂ ਫਿਰ ਭਾਵੇਂ ਅਸੀਂ ਨਾ ਵੀ ਲੜਦੇ, ਫਿਰ ਤਾਂ ਅਸੀਂ ਬੇਸਿਕਲੀ ਅਸੀਂ ਫਿਰ ਕੀ ਕਹਿੰਦੇ। ਲੇਕਿਨ 111 ਦਿਨਾਂ ਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ, ਤੁਹਾਨੂੰ ਵੀ ਰਾਦਰ ਮਹਿਸੂਸ ਹੋ ਰਿਹਾ, ਤੁਸੀਂ ਇਹ ਮਤਲਬ ਉਹ ਮਹਿਸੂਸ ਕਰਾਓ ਚਾਹੇ ਨਾ ਕਰਾਓ, ਇੱਕ ਗੱਲ ਹੈ, ਬਟ ਮਹਿਸੂਸ ਤਾਂ ਹੋਣ ਲੱਗ ਪਿਆ ਹੈਗਾ। ਬਾਈ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕਿਹਨੂੰ ਵੇਖਦੇ ਹੈਗੇ? ਮੈਂ ਤਾਂ ਟੀਮ ਪਲੇਅਰ ਆ, ਇਹ ਤਾਂ MLAs ਨੇ, ਪਾਰਟੀ ਨੇ, ਇਹ ਲੋਕਾਂ ਨੇ ਡਿਸਾਈਡ ਕਰਨਾ ਹੁੰਦਾ। ਹੂ ਐਮ ਆਈ ਟੂ ਸੇ ਕਿ ਹਾਂ ਵੀ ਫਲਾਨਾ। ਹਰ ਬੰਦਾ 'ਚ ਜੇ ਚੰਗੇ ਗੁਣ ਵੀ ਹੁੰਦੇ ਆ, ਕੁਛ ਮਾੜੀਆਂ ਚੀਜ਼ਾਂ ਵੀ ਹੁੰਦੀਆਂ। ਕੋਈ ਦੁਨੀਆ ਦੇ ਉੱਤੇ 100% ਜਿਹੜਾ ਹੈਗਾ ਵੀ ਆਪਣੇ ਆਪ ਨੂੰ ਕੋਈ ਡੈਮੀ ਗੋਡ ਤਾਂ ਕਹਿ ਨਹੀਂ ਸਕਦਾ। ਲੋਕੀ ਤਾਂ ਟੈਨਿਓਰ ਨੂੰ 10 ਚੋਂ ਕਿੰਨੇ ਨੰਬਰ ਦਿੰਦੇ? ਚੰਨੀ ਦੇ ਟੈਨਿਓਰ ਨੂੰ ਮੈਨੂੰ ਲੱਗਦਾ ਕਿ ਇੱਕ ਵਧੀਆ ਟੈਨਿਓਰ ਆ। ਜਿੰਨਾ ਦੇਖੋ, ਕਈ ਵਾਰੀ ਕੀ ਹੁੰਦਾ, ਕਈ ਚੀਜ਼ਾਂ ਦਾ ਜੇ ਤੁਸੀਂ ਕਹੋਗੇ ਵੀ ਫਲਾਨੀ ਚੀਜ਼ ਐ ਨਹੀਂ ਹੋਈ, ਫਲਾਨੀ ਚੀਜ਼, ਗਲਤੀਆਂ ਤਾਂ ਜਿੰਨੀਆਂ ਮਰਜ਼ੀ ਕੱਢ ਲਓ, ਬਟ ਸਿੰਸੈਰਿਟੀ, ਮਿਹਨਤ ਤੇ ਡਿਸੀਜ਼ਨ, ਇਹ ਮੈਨੂੰ ਲੱਗਦਾ ਕਿ ਠੀਕ ਲੈਵਲ ਤੇ ਲਏ ਗਏ। ਕਿੰਨੇ ਨੰਬਰ 10 ਦੇ ਵਿੱਚੋਂ?
ਨੰਬਰ ਤਾਂ ਤੁਸੀਂ ਦੇ ਦਿਓ, ਨੰਬਰ ਤਾਂ ਮੈਂ ਦੇਣ ਵਾਲਾ ਕੌਣ ਹੁੰਦਾ, ਕਿਉਂਕਿ ਮੈਂ ਜੇ ਕੁਝ ਕਹੂੰਗਾ ਵੀ ਤੁਸੀਂ ਕਹੋਗੇ ਵੀ ਨਹੀਂ ਇਹ ਤਾਂ ਇੰਨੇ ਨੰਬਰ ਹੋਣੇ ਚਾਹੀਦੇ, ਇੰਨੇ ਵੀ ਤੁਹਾਨੂੰ ਲੱਗਦਾ ਹੋਊਗਾ ਸਿੱਖਿਆ ਮੰਤਰੀ ਹੈਗੇ ਹੋ, ਇਹ ਤਾਂ ਲੋਕਾਂ ਨੇ ਦੇਣੇ ਆ, ਲੋਕਾਂ ਦੀ ਕਚਹਿਰੀ ਆ, ਲੋਕਾਂ ਦੀ ਕਚਹਿਰੀ 'ਚ ਅਸੀਂ ਜਾਣਾ ਹੈਗਾ ਤੇ ਫਿਰ ਅਸੀਂ ਉਹ ਜਿੰਨੇ ਨੰਬਰ ਦੇਣਗੇ ਉਹਨੂੰ ਐਕਸੈਪਟ। ਜਾਖੜ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਬਤੌਰ ਪ੍ਰਧਾਨ ਟੈਨਿਓਰ ਕਿਵੇਂ ਵੇਖਦੇ? ਉਹਦੇ ਵਿੱਚ ਦੇਖੋ ਹੋਰ ਬਹੁਤ ਕੁਝ ਹੋ ਸਕਦਾ ਸੀਗਾ। ਲਾਈਕ ਦੇਖੋ ਸੰਗਠਨ ਜਿੰਨਾ ਸੰਗਠਿਤ ਹੋਣਾ ਚਾਹੀਦਾ ਸੀਗਾ ਉਹਨਾਂ ਨਹੀਂ ਕਰ ਸਕੇ। ਨਾਲ ਨਹੀਂ ਲੈ ਪਾਏ, ਸਭ ਨੂੰ ਨਾਲ ਲੈ ਕੇ ਨਹੀਂ ਤੁਰ ਸਕੇ। ਬੇਸਿਕਲੀ ਕਈ ਸਮੱਸਿਆਵਾਂ ਉਹਦੇ ਵਿੱਚ ਰਹੀਆਂ ਹੈਗੀਆਂ, ਉਹਨੂੰ ਹੋਰ ਵਧੀਆ ਤਰੀਕੇ ਨਾਲ ਸੰਗਠਿਤ ਕੀਤਾ ਜਾ ਸਕਦਾ ਸੀਗਾ। ਤੁਸੀਂ ਇੰਨੇ ਖਾਸ ਉਹਨਾਂ ਦੇ ਦੋਸਤ ਹੈਗੇ ਹੋ, ਉਹਨਾਂ ਨੂੰ ਕਦੀ ਤੁਸੀਂ ਇਹ ਗੱਲ ਜਤਾਈ ਨਹੀਂ ਜਾਂ ਦੱਸਿਆ ਨਹੀਂ ਕਿ ਆਪਾਂ ਨੂੰ ਸਭ ਦੇ ਨਾਲ ਮਿਲ ਕੇ ਚੱਲਣਾ ਚਾਹੀਦਾ ਹੈਗਾ? ਇਦਾਂ ਕਿਉਂ ਜਾਪਦਾ ਕਿ ਸਿੱਧੂ ਇਕੱਲੇ ਹੀ ਨਜ਼ਰ ਆਉਂਦੇ ਹੈਗੇ? ਮੈਂ ਤਾਂ ਡੈਫੀਨੇਟਲੀ ਹਮੇਸ਼ਾ ਜਿਹੜੀ ਗੱਲ ਕਹਿਣੀ ਹੁੰਦੀ ਉਹ ਕਹਿਣਾ ਜ਼ਰੂਰ ਹੈ। ਤੁਹਾਡੀ ਕੋਈ ਨਾਰਾਜ਼ਗੀ ਤਾਂ ਨਹੀਂ ਸਿੱਧੂ ਨਾਲ? ਨਹੀਂ, ਮੇਰੀ ਕਿਸੇ ਨਾਲ ਵੀ ਕੋਈ ਨਾਰਾਜ਼ਗੀ, ਮੇਰੀ ਚਰਚਾ ਕਿਉਂ ਆਈ ਸੀ ਕਿ ਪ੍ਰਗਟ ਵੀ ਦਿੱਲੀ ਪਹੁੰਚ ਗਏ ਨੇ, ਹਾਈ ਕਮਾਂਡ ਨੇ? ਦਿੱਲੀ ਸਾਨੂੰ ਬੁਲਾਇਆ ਗਿਆ ਸੀ, ਬੇਸਿਕਲੀ 4 ਮਿਨਿਸਟਰ ਬੁਲਾਏ ਗਏ ਸੀ। ਉਹ ਇਸ ਕਰਕੇ ਬੁਲਾਏ ਗਏ ਸੀ ਵੀ ਅਸੀਂ ਪਬਲਿਕ ਅਦਾਰਿਆਂ ਨੂੰ ਡੀਲ ਕਰਦੇ ਸੀ ਵੀ ਤੁਸੀਂ ਸਾਨੂੰ ਫਸਟ ਹੈਂਡ ਫੀਡਬੈਕ ਦਿਓ ਵੀ ਫਸਟ ਹੈਂਡ ਫੀਡਬੈਕ ਤੁਹਾਡੇ ਅਦਾਰਿਆਂ ਦੀ ਕੀ ਹੈਗੀ ਆ। ਉਹ ਜਦੋਂ ਲੇਕਿਨ ਅਸੀਂ ਕੋਈ ਦਿੱਲੀ ਚਲੇ ਜਾਂਦੇ ਉਹ ਮੀਡੀਆ ਵਾਲੇ ਇਹ ਕਹਿਣ ਲੱਗ ਪੈਂਦੇ ਵੀ ਸ਼ਾਇਦ ਹੁਣ ਸਿੱਧੂ ਦੇ ਰਲ ਕੇ ਅਗੇਂਸਟ ਗਏ ਹੈਗੇ। ਇਦਾਂ ਦੀ ਕੋਈ ਗੱਲ ਨਹੀਂ, ਨਾ ਉੱਥੇ ਇਦਾਂ ਦੀ ਕੋਈ ਡਿਸਕਸ਼ਨ ਹੀ ਹੋਈ। ਇਲੈਕਸ਼ਨ ਕਮਿਸ਼ਨ ਲੱਗਦਾ ਹੈ ਪਾਬੰਦੀਆਂ ਘਟਾਊਗਾ, 15 ਤੱਕ ਹਾਲਾਂਕਿ ਸੀਗੀਆਂ। ਔਖਾ ਕਿੰਨਾ ਕੁ ਹੋਇਆ ਹੋਇਆ, ਕਿਵੇਂ ਵਿਚਰ ਰਹੇ ਹੈਗੇ ਹੋ? ਕਿ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਹੁਣ ਸਾਰੀਆਂ ਚੀਜ਼ਾਂ ਚੱਲਣਗੀਆਂ ਜਾਂ ਫਿਰ ਘਰੇ ਜਿੰਨਾ ਹੋ ਸਕਦਾ ਗਰੁੱਪਸ ਦੇ ਵਿੱਚ? ਅੱਜ ਟੀਮਾਂ ਬਣਾ ਰਹੇ ਹੈਗੇ ਆ ਸੋ ਦੈਟ ਕਿ ਅਸੀਂ ਛੋਟੇ ਗਰੁੱਪ ਬਣਾ ਕੇ ਉਹਨਾਂ ਨੂੰ ਗਾਂਹ ਤੋਰੀਏ, ਕਿਉਂਕਿ ਇਲੈਕਸ਼ਨ ਮੈਨੂੰ ਲੱਗਦਾ ਵੀ ਇਹ ਇਲੈਕਸ਼ਨ ਇਦਾਂ ਹੀ ਹੋਣਾ ਹੈਗਾ ਜਿੰਨੀ ਕੁ ਗੱਲ ਸਮਝ ਆ ਰਹੀ ਹੈ, ਕਿਉਂਕਿ ਕੋਵਿਡ ਦੇ ਕੇਸਿਸ ਵੱਧ ਰਹੇ ਹੈਗੇ ਆ। ਪਾਬੰਦੀਆਂ ਮੈਨੂੰ ਲੱਗਦਾ ਹੋ ਸਕਦਾ ਹੋਰ ਸਖਤ ਨਾ ਹੋ ਜਾਣ। ਸੋ ਜਿਹੋ ਜਿਹਾ, ਪਰ ਇਹ ਸਾਰਿਆਂ ਲਈ ਇੱਕੋ ਜਿਹਾ ਹੀ ਹੋਊਗਾ। ਇਹ ਤਾਂ ਹੈ ਨਹੀਂਗਾ ਵੀ ਕਿਸੇ ਇਕੱਲੇ ਪਾਰਟੀ ਲਈ ਕੋਈ ਪ੍ਰੋਬਲਮ ਹੈਗੀ ਆ ਪ੍ਰੋਬਲਮ। ਕਿੰਨੀ ਵੋਟਾਂ ਤੋਂ ਸੀਟ ਕੱਢ ਰਹੇ ਹੋ ਤੁਸੀਂ? ਮੈਨੂੰ ਲੱਗਦਾ ਕਿ ਮੈਂ ਇਹ 30,000 ਵੋਟ ਜਿਹੜੀ ਪਿਛਲੀ ਵਾਰੀ 29,000 ਸਮਥਿੰਗ ਸੀ ਉਹਨੂੰ ਰਿਪੀਟ ਜ਼ਰੂਰ ਕਰੂੰਗਾ। ਵਿਸ਼ ਯੂ ਗੁੱਡ ਲੱਕ ਪ੍ਰਗਟ ਜੀ, ਬਹੁਤ ਬਹੁਤ ਧੰਨਵਾਦ। ਤਾਂ ਸਿੱਖਿਆ ਦੇ ਖੇਡ ਮੰਤਰੀ ਪ੍ਰਗਟ ਸਿੰਘ, ਗੱਲਾਂ ਬਾਤਾਂ ਹੋਈਆਂ ਨੇ ਇਹਨਾਂ ਦੇ ਕਾਰਜਕਾਲ ਦੀਆਂ। ਹਾਲਾਂਕਿ ਕਹਿ ਰਹੇ ਨੇ ਕਿ ਟੀਮ ਦੇ ਵਾਂਗ ਸਭ ਨੂੰ ਮੈਦਾਨ ਦੇ ਵਿੱਚ ਵਿਚਰਨਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਹਾਲਾਂਕਿ ਕਹਿੰਦੇ ਹੋਣ ਕਿ ਮੁੱਖ ਮੰਤਰੀ ਦਾ ਚਿਹਰਾ ਹੋਵੇ, ਪਰ ਪ੍ਰਗਟ ਹੋਣੀ ਕਹਿ ਰਹੇ ਨੇ ਕਿ ਟੀਮ ਦੇ ਵਾਂਗ ਹੀ ਵਿਚਰਨਾ ਚਾਹੀਦਾ ਹੈ। ਆਪਣੀ ਵੀ ਸਰਕਾਰ ਦੇ ਉੱਤੇ ਇਹਨਾਂ ਨੇ ਕਈ ਸਵਾਲ ਵੀ ਖੜੇ ਕੀਤੇ ਨੇ ਕਿ ਜਿਸ ਤਰੀਕੇ ਦੇ ਨਾਲ ਕੰਮ ਜੋ ਹੋਣਾ ਚਾਹੀਦਾ ਸੀ ਉਹ ਹਾਲਾਂਕਿ ਨਹੀਂ ਹੋਇਆ, ਪਰ ਲਾਈਨ ਦੇ ਵਿੱਚ ਜ਼ਰੂਰ ਆ ਗਿਆ ਹੈ। ਤੇ ਹੁਣ ਦੇਖਣਾ ਹੋਊਗਾ ਕਿ ਇੱਕ ਵਾਰ ਫਿਰ ਤੋਂ ਕੀ ਲੋਕ ਇਹਨਾਂ ਨੂੰ ਸੱਤਾ ਦੇ ਵਿੱਚ ਪਹੁੰਚਾਉਂਦੇ ਨੇ, ਔਰ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਪ੍ਰਗਟ ਸਿੰਘ ਸਿੱਖਿਆ ਦੇ ਵਿੱਚ ਕਿੰਨਾ ਕੁ ਨਿਘਾਰ ਜਾਂ ਕਿੰਨਾ ਕੁ ਵਧਾਵਾ ਲੈ ਕੇ ਆਉਂਦੇ ਨੇ, ਇਹ ਵੇਖਣ ਵਾਲੀ ਗੱਲ ਰਹੂਗੀ। ਕੈਮਰਾਮੈਨ ਹਰਸਿਮਰਨ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਜਲੰਧਰ।